ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੀ ਅੱਜ ਪੰਜਵੀਂ ਅਸ਼ਟਪਦੀ ਸ਼ੁਰੂ ਹੋਣੀ ਹੈ। ਕੱਲ੍ਹ 4 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਸਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਸ਼ਲੋਕ ਹੁੰਦਾ, ਉਸ ਸ਼ਲੋਕ ਦੇ ਸਾਰੀ ਅਸ਼ਟਪਦੀ ਦਾ ਤੱਤ ਸਾਰ ਹੁੰਦਾ। ਸ਼ਲੋਕ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਰੀ ਅਸ਼ਟਪਦੀ ਦੇ ਵਿੱਚ ਕਿਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ। ਇਹ ਸ਼ਲੋਕ ਹੈ, ਦੇਨ ਉੜ ਕੇ ਲਾਗੇ ਆਨ ਸੁਆਏ, ਨਾਨਕ ਕਹੂੰ ਨ ਸੀਜੇ, ਬਿਨ ਨਾਵੇਂ ਪਤ ਜਾਏ। ਦੇਨਹਾਰ ਸਾਰੀਆਂ ਦਾਤਾਂ ਦੇਣ ਵਾਲਾ ਤੇ ਪਰਮਾਤਮਾ ਹੈ। ਇਹ ਤਾਂ ਮਨੁੱਖ ਜਿਹੜਾ ਹੈ ਉਹਨੂੰ ਛੱਡ ਕੇ ਹੋਰ ਪਾਸੇ ਲੱਗਾ ਰਹਿੰਦਾ ਹੈ। ਕਈ ਵਾਰੀ ਮਨੁੱਖ ਦੂਜਿਆਂ ਤੋਂ ਮੰਗਣ ਤੁਰ ਜਾਂਦਾ ਹੈ। ਉਹਨੂੰ ਗਿਆਨ ਨਹੀਂ ਕਿ ਦਾਤਾ ਤੇ ਸੰਸਾਰ 'ਚ ਕੋਈ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਾਤਾ ਤਾਂ ਇੱਕੋ ਹੈ, ਪਰ ਮਨੁੱਖ ਹੋਰਾਂ ਨੂੰ ਦਾਤੇ ਸਮਝ ਕੇ ਉਹਨਾਂ ਕੋਲੇ ਜਾਣ ਲੱਗ ਜਾਂਦਾ ਹੈ। ਦੇਨਹਾਰ ਜੋ ਅਸਲ 'ਚ ਦਾਤਾ ਪਰਮਾਤਮਾ, ਉਹਨੂੰ ਛੱਡ ਦਿੰਦਾ ਹੈ। ਜਿਵੇਂ ਇੱਕ ਮੁਸਲਮਾਨਾਂ ਦਾ ਪਿੰਡ ਸੀ, ਅਕਬਰ ਦਾ ਸਮਾਂ ਹੈ। ਉਹ ਵਿਚਾਰੇ ਗਰੀਬ ਸਨ। ਜਿਹੜਾ ਪਿੰਡ ਦਾ ਮੁੱਲਾ ਸੀ, ਉਹਨੂੰ ਕਹਿੰਦੇ ਵੀ ਤੂੰ ਅਕਬਰ ਰਾਜੇ ਨੂੰ ਜਾ ਕੇ ਮਿਲ। ਵੀ ਅਸੀਂ ਗਰੀਬ ਹਾਂ ਜੀ, ਅਸੀਂ ਮਸਜਿਦ ਬਣਾਉਣੀ ਪਿੰਡ ਦੇ ਵਿੱਚ, ਅਤੇ ਤੁਸੀਂ ਸਾਡੀ ਸਹਾਇਤਾ ਕਰੋ। ਅਤੇ ਸਾਰਿਆਂ ਨੂੰ ਪਤਾ ਵੀ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਨੇ, ਇਹ ਸਵੇਰੇ ਸਵੇਰੇ ਮਿਲਦੇ ਨੇ। ਸਵੇਰੇ ਨਾਲ ਪਤਾ ਕੀ ਹੁੰਦਾ, ਸਵੇਰ ਦਾ ਜਿਹੜਾ ਸਮਾਂ ਹੈ ਇਹ ਸਤੋ ਗੁਣੀ ਹੁੰਦਾ। ਆਹ ਮੰਗਤਿਆਂ ਨੂੰ ਭਾਵੇਂ ਉਹਨਾਂ ਸਾਈਕੋਲੋਜੀ ਨਹੀਂ ਪੜ੍ਹੀ, ਉਹਨਾਂ ਮਨੋਵਿਗਿਆਨ ਨਹੀਂ ਪੜ੍ਹਿਆ, ਪਰ ਮੰਗਤੇ ਹਮੇਸ਼ਾ ਸਵੇਰੇ ਸਵੇਰੇ ਮੰਗਣ ਆਉਂਦੇ ਨੇ। ਤੁਸੀਂ ਕਦੇ ਨੋਟ ਕਰ ਲਿਓ, ਦੁਪਹਿਰ ਤੋਂ ਬਾਅਦ ਕੋਈ ਵਿਰਲਾ ਟਾਵਾਂ ਮੰਗਤਾ ਹੁੰਦੇ ਨੇ, ਸਵੇਰੇ ਸਵੇਰੇ ਹੁੰਦੇ ਨੇ। ਵੀ ਸਵੇਰੇ ਸਵੇਰੇ ਸਤੋ ਗੁਣੀ ਸੁਭਾਅ ਹੁੰਦਾ ਲੋਕਾਂ ਦਾ, ਵੀ ਕੁਝ ਨਾ ਕੁਝ ਦੇ ਦੇਣਗੇ। ਇਸ ਲਈ ਉਹ ਮੁੱਲਾਂ ਜੀ ਵੀ ਸਵੇਰੇ ਸਵੇਰੇ ਅਕਬਰ ਕੋਲ ਚਲੇ ਗਏ। ਪਤਾ ਲੱਗਿਆ ਵੀ ਅਕਬਰ ਜਿਹੜਾ ਹੈ ਬਾਗ ਦੇ ਵਿੱਚ ਨਮਾਜ਼ ਪੜ੍ਹਨ ਗਿਆ ਹੈ, ਕੋਈ ਆਪਣੀ ਭਜਨ ਬੰਦਗੀ ਕਰਨ ਗਿਆ ਹੈ। ਅਕਬਰ ਦਾ ਮੂੰਹ ਦੂਜੇ ਪਾਸੇ ਸੀ। ਮੁੱਲਾ ਹੌਲੀ ਹੌਲੀ ਪੋਲੇ ਪੈਰੀ ਅਕਬਰ ਦੇ ਪਿੱਛੇ ਜਾ ਖਲੋਤਾ ਵੀ ਉਹ ਜਿਹੜਾ ਹੈ ਮੇਰੇ ਖੜਕਾ ਸੁਣ ਕੇ ਉਹਦੀ ਬਿਰਤੀ ਨਾ ਟੁੱਟੇ। ਅਕਬਰ ਜਿਹੜਾ ਭਜਨ ਬੰਦਗੀ ਕਰਨੀ ਸੀ ਕਰ ਲਿਆ, ਹੁਣ ਖਲੋ ਕੇ ਅਰਦਾਸ ਕਰ ਰਿਹਾ। ਅਤੇ ਅਰਦਾਸ 'ਚ ਕਹਿ ਰਿਹਾ, ਹੇ ਅੱਲਾ, ਮੇਰਾ ਰਾਜ ਹੋਰ ਵੱਡਾ ਹੋਵੇ। ਹੇ ਅੱਲਾ, ਮੇਰੇ ਕੋਲ ਧਨ ਦੌਲਤ ਸੋਨਾ ਚਾਂਦੀ ਹੀਰੇ ਹੋਰ ਹੋਣ। ਹੇ ਅੱਲਾ, ਮੇਰੀ ਫੌਜ ਹੋਰ ਵੱਡੀ ਹੋਵੇ। ਹੇ ਅੱਲਾ, ਮੇਰੇ ਕੋਲ ਖਾਣ ਪੀਣ ਨੂੰ ਹੋਰ ਹੋਵੇ। ਮੁੱਲਾ ਨੂੰ ਚੜ੍ਹਿਆ ਗੁੱਸਾ ਵੀ ਇਹ ਰਾਜਾ, ਇਹ ਤਾਂ ਮੰਗਤਾ, ਇਹ ਤਾਂ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੰਗਤਾ ਹੈ। ਅਤੇ ਉਹਦੇ ਮੂੰਹੋਂ ਮੁੱਲਾ ਦੇ ਮੂੰਹ ਨਿਕਲੇ ਅਤੇ ਮੁੱਲਾ ਵਾਪਸ ਮੁੜ ਪਿਆ। ਇੰਨੇ ਚਿਰ ਅਕਬਰ ਦੀ ਅਰਦਾਸ ਸਮਾਪਤ ਹੋ ਗਈ ਹੈ। ਉਹਨੇ ਮੁੜ ਕੇ ਵੇਖਿਆ ਕੋਈ ਮੁੱਲਾ ਵਾਪਸ ਜਾ ਰਿਹਾ। ਉਹ ਪੁੱਛਦਾ ਵੀ ਮੁੱਲਾ ਜੀ ਕਿਵੇਂ ਆਏ? ਕਹਿੰਦੇ ਮੈਂ ਤਾਂ ਆਇਆ ਸੀ ਤੁਹਾਡੇ ਤੋਂ ਕੁਝ ਮੰਗਣ, ਪਰ ਮੈਨੂੰ ਤਾਂ ਪਤਾ ਲੱਗਾ ਤੁਸੀਂ ਹਿੰਦੁਸਤਾਨ ਦੇ ਸਭ ਤੋਂ ਵੱਡੇ ਮੰਗਤੇ ਹੋ। ਤੁਹਾਡੇ ਕੋਲ ਇੰਨਾ ਕੁਛ ਹੈ, ਅੱਲਾ ਦਾ ਦਿੱਤਾ, ਤੁਸੀਂ ਹੋਰ ਵੀ ਅਜੇ ਮੰਗੀ ਜਾ ਰਹੇ ਹੋ। ਅਤੇ ਮੈਂ ਸੋਚਿਆ ਵੀ ਮੰਗਤੇ ਤੋਂ ਮੰਗਦਿਆਂ ਸ਼ਰਮ ਆਉਂਦੀ ਹੈ, ਇਸ ਲਈ ਮੈਂ ਨਹੀਂ ਤੁਹਾਡੇ ਤੋਂ ਮੰਗਦਾ, ਮੈਂ ਚੱਲੇ। ਜਿਸ ਅੱਲਾ ਤੋਂ ਤੁਸੀਂ ਮੰਗ ਰਹੇ ਹੋ, ਮੈਂ ਤਾਂ ਹੁਣ ਉਸੇ ਤੋਂ ਹੀ ਮੰਗਾਂਗਾ, ਮੈਂ ਤੁਹਾਡੇ ਤੋਂ ਨਹੀਂ ਮੰਗਦਾ। ਇਸ ਲਈ ਬੰਦਾ ਭਾਵੇਂ ਕਿੰਨਾ ਵੀ ਅਮੀਰ ਹੋਵੇ, ਇਹ ਮੰਗਤੇ ਦਾ ਮੰਗਤਾ ਹੀ ਰਹਿੰਦਾ ਹੈ। ਇਹ ਮਰਨ ਤੱਕ ਵੀ ਮੰਗਣੋਂ ਨਹੀਂ ਹਟਦਾ। ਜੋ ਕੁਛ ਮਿਲਿਆ ਉਹ ਧੰਨਵਾਦ ਨਹੀਂ ਕਰਦਾ, ਹੋਰ ਮੰਗਣ 'ਤੇ ਲੱਗਾ ਰਹਿੰਦਾ। ਅਤੇ ਬੰਦੇ ਨੇ ਸਮਝਾਉਂਦੇ ਨੇ ਪੰਚਮ ਪਾਤਸ਼ਾਹ
ਦੇਨ ਹਰ ਪ੍ਰਭ ਛੋੜ ਕੇ ਲਾਗੈ ਆਨ ਸਵਾਏ। ਓਏ ਹੈ ਇਨਸਾਨ, ਜੋ ਪ੍ਰਮਾਤਮਾ ਦਾਤਾਂ ਦੇਣ ਵਾਲਾ ਉਹਨੂੰ ਤੂੰ ਛੱਡ ਕੇ ਹੋਰ ਹੋਰ ਸਵਾਦਾਂ ਵਿੱਚ ਲੱਗਿਆ, ਹੋਰ ਹੋਰ ਕੰਮਾਂ 'ਚ ਤੂੰ ਲੱਗਿਆ ਹੋਇਆ ਹੈ। ਜਿਹੜਾ ਅਸਲੀ ਕੰਮ ਤੇਰੇ ਕਰਨ ਵਾਲਾ ਨਾਮ ਜਪਣ ਦਾ, ਉਹ ਤਾਂ ਤੂੰ ਜਪਦਾ ਹੀ ਨਹੀਂ, ਹੋਰ ਕੰਮਾਂ 'ਚ ਲੱਗਾ ਹੋਇਆ ਹੈ। ਨਾਨਕ ਕਹੂੰ ਨਾ ਸੀਜੇ ਬਿਨ ਨਾਮੇ ਪਤ ਜਾਏ। ਕਹੂੰ ਹੁੰਦਾ ਕਿਸੇ ਤਰ੍ਹਾਂ ਵੀ। ਇਹ ਇਨਸਾਨ, ਤੂੰ ਹੋਰ ਕਿਸੇ ਤਰ੍ਹਾਂ ਵੀ ਜ਼ਿੰਦਗੀ 'ਚ ਕਾਮਯਾਬ ਸਫਲ ਨਹੀਂ ਹੋਵੇਗਾ। ਇਹ ਜੀਵਨ ਮਿਲਿਆ ਹੈ ਜੀਵਨ ਬਾਜ਼ੀ ਜਿੱਤ ਕੇ ਜਾਣ ਲਈ, ਅਤੇ ਜੀਵਨ ਬਾਜ਼ੀ ਜਿੱਤ ਕੇ ਕੌਣ ਜਾਂਦਾ ਹੈ? ਜਿਹੜਾ ਨਾਮ ਜਪਦਾ। ਬਾਕੀ ਸਮਝੋ ਭਾਵੇਂ ਕਿੰਨੇ ਅਮੀਰ ਹੋਣ, ਰਾਜ ਭਾਗ ਹੋਣ, ਭਾਵੇਂ ਕੁਛ ਵੀ ਹੋਵੇ, ਧਰਮ ਕਹਿੰਦਾ ਜੇ ਉਹ ਨਾਮ ਨਹੀਂ ਜਪਦੇ ਤਾਂ ਜੀਵਨ ਬਾਜ਼ੀ ਹਾਰ ਕੇ ਜਾਣਗੇ। ਇਸ ਲਈ ਹੈ ਇਨਸਾਨ, ਤੂੰ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋ ਸਕਦਾ। ਬਿਨ ਨਾਮੇ ਪਤ ਜਾਏ। ਜੇ ਤੂੰ ਨਾਮ ਨਹੀਂ ਜਪੇਂਗਾ ਨਾ, ਤੇਰੀ ਇੱਜ਼ਤ ਖਤਮ ਹੋ ਜਾਏਗੀ। ਜੇ ਤੇਰੀ ਥੋੜ੍ਹੀ ਬਹੁਤ ਇੱਜ਼ਤ ਹੁੰਦੀ ਨਾ, ਉਹ ਵੀ ਜਾਂਦੀ ਰਹੇਗੀ। ਇਸ ਲਈ ਤੂੰ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਨਾ ਲੱਗ। ਅੱਗੇ ਹੁਣ ਅਸ਼ਟਪਦੀ ਰਾਹੀਂ ਸਾਨੂੰ ਸਮਝਾਉਂਦੇ ਨੇ, 10 ਵਸਤੂ ਲੈ ਪਾਛੈ ਪਾਵੈ। ਮਨੁੱਖ ਪਰਮਾਤਮਾ ਤੋਂ 10 ਚੀਜ਼ਾਂ ਲੈ ਲੈਂਦਾ, ਪਾਛੈ ਪਾਵੇ ਦਾ ਸਮਾਂ ਪਾ ਕੇ ਭੁੱਲ ਜਾਂਦਾ। ਉਹਨੂੰ ਸਮਾਂ ਪਾ ਕੇ ਭੁੱਲ ਜਾਂਦਾ ਵੀ ਮੈਨੂੰ ਪਰਮਾਤਮਾ ਨੇ ਕਿੰਨਾ ਕੁਛ ਦਿੱਤਾ। ਏਕ ਵਸਤ ਕਾਰਨ ਬਿਖੋਟ ਗਵਾਵੇ। ਉਹ ਕੋਈ 11ਵੀਂ ਚੀਜ਼ ਮੰਗਦਾ ਹੋਰ, ਕਿਸੇ ਕਾਰਨ ਪਰਮਾਤਮਾ ਉਹਨੂੰ ਦਿੰਦਾ ਨਹੀਂ। ਬਿਖੋਟ ਦਾ ਵਿਸ਼ਵਾਸ, ਉਹ ਫਿਰ ਆਪਣਾ ਵਿਸ਼ਵਾਸ ਹੀ ਗਵਾ ਲੈਂਦਾ ਹੈ। ਪਹਿਲਾਂ ਤਾਂ ਉਹਨੂੰ ਪਰਮਾਤਮਾ 'ਤੇ ਵਿਸ਼ਵਾਸ ਸੀ ਕਿ ਉਹ 10 ਚੀਜ਼ਾਂ 'ਚ ਮਿਲ ਗਈਆਂ, ਹੁਣ 11ਵੀਂ ਨਹੀਂ ਮਿਲੀ। ਮਨੁੱਖ ਗਿਆਨੀ ਹੈ। ਦੇਖੋ ਕਈ ਮੇਰੇ ਕੋਲ ਆ ਜਾਂਦੇ, ਸਾਡੇ ਬੱਚਾ ਹੋਵੇ ਜੀ, ਮੈਂ ਹੁਕਮਨਾਮਾ ਲੈਣਾ, ਮੈਂ ਭਾਈ ਗੁਰੂ ਮਹਾਰਾਜ ਕਹਿੰਦੇ ਤੁਹਾਡੇ ਭਾਗਾਂ 'ਚ ਬੱਚਾ ਲਿਖਿਆ ਹੀ ਨਹੀਂ ਹੈਗਾ, ਬੱਚਾ ਨਹੀਂ ਹੋਣਾ, ਤੁਸੀਂ ਕੋਈ ਗੋਦ ਲੈਣਾ, ਗੋਦ ਲੈ ਲਓ ਜੀ। ਨਹੀਂ ਜੀ, ਇਹ ਜਿਹੜੇ ਧਾਰਮਿਕ ਬੰਦੇ ਹੁੰਦੇ ਨੇ, ਇਹ ਤਾਂ ਰੇਖ 'ਚ ਮੇਖ ਮਾਰ ਸਕਦੇ ਨੇ, ਮਹਾਂ ਮਾਰ ਸਕਦੇ ਨੇ। ਉਹ ਬ੍ਰਹਮ ਗਿਆਨੀ ਕੋਈ ਹੋਵੇ, ਉਹ ਤਾਂ ਕਰ ਸਕਦਾ। ਮੈਂ ਤਾਂ ਇੱਕ ਸਧਾਰਨ ਬੰਦੇ ਹਾਂ, ਮੈਂ ਬਾਕੀ ਸਾਰਾ ਕੁਛ ਨਹੀਂ ਮਿਲਿਆ ਕਰਦਾ। ਜੇ ਨਾ ਹੀ ਮੇਰੇ ਖੜੇ ਪਏ ਨਾ, ਹਟਣ ਨਾ, ਫਿਰ ਮੈਂ ਮੇਰੀ ਗੱਲ ਸੁਣੋ, ਗੁਰੂ ਨਾਨਕ ਦੇਵ ਜੀ ਤੋਂ ਵੱਡਾ ਤਾਂ ਕੋਈ ਨਹੀਂ ਨਾ ਹੋਣਾ। ਗੁਰੂ ਨਾਨਕ ਦੇਵ ਜੀ ਨੇ ਰਾਏ ਬੁਲਾਰ ਨੂੰ ਤਾਂ ਪੁੱਤਰ ਦੀ ਦਾਤ ਦੇਤੀ, ਪਰ ਆਪਣੀ ਭੈਣ ਬੇਬੇ ਨਾਨਕੀ ਨੂੰ ਕਿਸੇ ਬੱਚੇ ਦੀ ਦਾਤ ਨਹੀਂ ਦੇ ਸਕੇ। ਕੀ ਉਹ ਨਹੀਂ ਸਨ ਚਾਹੁੰਦੇ ਕਿ ਉਹਨਾਂ ਦੀ ਭੈਣ ਦੇ ਘਰ ਕੋਈ ਬੱਚਾ ਨਾ ਹੋਵੇ? ਕਿਹੜਾ ਭਰਾ ਜਿਹੜਾ ਕਹਿੰਦਾ ਮੇਰੀ ਭੈਣ ਦੇ ਘਰ ਕੋਈ ਬੱਚਾ ਨਾ ਹੋਵੇ? ਪਰ ਉਹ ਆਪਣੀ ਭੈਣ ਨੂੰ ਵੀ ਕੋਈ ਧੀ ਪੁੱਤਰ ਨਾ ਦੇ ਸਕੇ। ਭੈਣ ਦਾ ਮਨ ਰੱਖਣ ਲਈ ਉਹਨਾਂ ਆਪਣੇ ਵੱਡੇ ਸਪੁੱਤਰ ਸ਼੍ਰੀ ਚੰਦ ਜੀ ਨੂੰ ਆਪਣੀ ਭੈਣ ਦੀ ਗੋਦ ਵਿੱਚ ਰੱਖਦਾ ਕਿ ਲਓ ਇਹਨੂੰ ਵੀ ਆਪਣਾ ਪੁੱਤਰ ਸਮਝ ਲਵੋ। ਇਸ ਲਈ ਸਾਰਾ ਕੁਛ ਨਹੀਂ ਮਿਲਿਆ ਕਰਦਾ, ਭਾਵੇਂ ਅਸੀਂ ਕੁਛ ਵੀ ਹੋਈਏ ਨਾ, ਸਾਰਾ ਕੁਛ ਕਿਸੇ ਦੇ ਹੱਥ 'ਚ ਹੁੰਦਾ ਹੈ। ਇਸ ਲਈ ਠੀਕ ਹੈ, ਅਰਦਾਸ ਕਰਨਾ ਸਾਡਾ ਫਰਜ਼ ਹੈ, ਬੇਨਤੀ ਕਰਨਾ ਸਾਡਾ ਫਰਜ਼ ਹੈ, ਪਰ ਜੇ ਕਿਸੇ ਕਾਰਨ 11ਵੀਂ ਚੀਜ਼ ਨਹੀਂ ਮਿਲੀ ਤਾਂ ਫਿਰ ਜੇ ਰੱਬ ਨਾਲ ਵਿਗਾੜ ਨਹੀਂ ਲੈਣੀ ਵੀ ਤੂੰ ਕੋਈ ਰੱਬ ਰੁੱਬ ਨਹੀਂ ਹੈਗਾ, ਮੈਂ ਨਹੀਂ ਕੱਲ੍ਹ ਤੋਂ ਗੁਰਦੁਆਰੇ ਮੰਦਰ ਆਉਂਦਾ। ਬੰਦਾ ਇਸ ਤਰ੍ਹਾਂ ਨਾ ਇੱਕ ਚੀਜ਼ ਦੀ ਖਾਤਰ ਵਿਸ਼ਵਾਸ ਗਵਾ ਲੈਂਦਾ। ਫਿਰ ਪੰਚਮ ਪਾਤਸ਼ਾਹ ਕਹਿੰਦੇ, ਬੰਦਿਆ ਏਕ ਵੀ ਨਾ ਦੇ। ਤੂੰ ਜਿਹੜੀ ਇੱਕ ਚੀਜ਼ ਹੁਣ ਮੰਗ ਰਿਹਾ ਨਾ, ਜੇ ਰੱਬ ਉਹ ਵੀ ਨਾ ਦੇਵੇ, 10 ਪੀ ਹਿਰ ਲੈ। ਅਤੇ ਜਿਹੜੀਆਂ 10 ਚੀਜ਼ਾਂ ਉਹਨੇ ਤੈਨੂੰ ਪਹਿਲਾਂ ਦਿੱਤੀਆਂ, ਉਹ ਤੇ ਤੂੰ ਵਾਪਸ ਲੈ ਲੈ। ਰੱਬ ਜੇ ਦੇ ਸਕਦਾ ਤਾਂ ਵਾਪਸ ਵੀ ਲੈ ਸਕਦਾ ਹੈ। ਅਸੀਂ ਤਾਂ ਕਈ ਵਾਰੀ ਵਾਪਸ ਨਹੀਂ ਲੈ ਸਕਦੇ। ਮੈਂ ਦੇਖਿਆ ਲੋਕ ਆਪਣੇ ਰਿਸ਼ਤੇਦਾਰ, ਆਪਣੇ ਦੋਸਤ ਮਿੱਤਰਾਂ ਨੂੰ ਕਈ ਵਾਰੀ ਉਧਾਰ ਦੇ ਦਿੰਦੇ ਨੇ, ਉਹ ਮੋੜਦੇ ਹੀ ਨਹੀਂ। ਕਹਿ ਜਾ ਜਿਹੜਾ ਜ਼ੋਰ ਲਾਣਾ ਲਾ ਲੈ, ਮੈਂ ਨਹੀਂ ਦਿੰਦਾ। ਦੇ ਤਾਂ ਦਿੱਤੇ,
ਪਰ ਵਾਪਸ ਲੈਣ ਦੀ ਤਾਕਤ ਨਹੀਂ ਹੈ। ਪਰ ਪਰਮਾਤਮਾ ਤਾਂ ਸਮਰੱਥ ਹੈ, ਉਹ ਜੇ ਕੋਈ ਚੀਜ਼ ਦੇ ਸਕਦਾ ਹੈ ਤਾਂ ਉਸ ਨੂੰ ਵਾਪਸ ਵੀ ਲੈ ਸਕਦਾ ਹੈ। ਕਹਿ ਤੂੰ 11ਵੀਂ ਚੀਜ਼ ਮੰਗੀ ਸੀ ਨਾ, ਜੇ ਪਰਮਾਤਮਾ ਤੈਨੂੰ ਉਹ ਨਹੀਂ ਨਾ ਦਿੰਦਾ, ਇੱਕ ਵੀ ਨਾ ਦੇ 10 ਵੀ ਹਿਰ ਲੈ, ਜਿਹੜੀ 10 ਚੀਜ਼ਾਂ ਤੈਨੂੰ ਪਹਿਲਾਂ ਦਿੱਤੀਆਂ ਉਹ ਵੀ ਉਹ ਖੋ ਸਕਦਾ, ਅਤੇ ਜੇ ਉਹਨੇ ਖੋਹ ਲਈਆਂ ਵਾਪਸ ਲੈ ਲਈਆਂ ਤਾਂ ਮੂੜਾ ਕੋ ਕਹਾ ਕਰੇ। ਤਾਂ ਹੇ ਮੂਰਖਾ ਦੱਸ ਫਿਰ ਤੂੰ ਕੀ ਕਰ ਲਏਗਾ। ਕਹਾ ਮੈਨੇ ਕੀ, ਕਹਾ ਕਰੇ, ਇਹ ਮੂਰਖ ਫਿਰ ਕੀ ਕਰ ਸਕਦਾ ਹੈ। ਇਹਨੂੰ ਕਹਾ ਕਰੇ ਨਹੀਂ ਪੜ੍ਹਨਾ, ਕਹਾ ਮੈਨੇ ਕੀ, ਤਾਂ ਮੂੜਾ, ਮੂੜਾ ਦਾ ਮੂਰਖ। ਤਾਂ ਇਹ ਮੂਰਖ ਇਨਸਾਨ ਕਹੋ ਵੀ ਦੱਸੋ, ਕਹਾ ਕਰੇ ਕੀ ਕਰੇਗਾ ਵੀ, ਪਰਮਾਤਮਾ ਦਾ ਕੀ ਵਿਗਾੜ ਲਏਗਾ ਜੀ। ਫਿਰ ਅੱਗੇ ਸਮਝਾਉਂਦੇ ਨੇ, ਜਿਸ ਠਾਕਰ ਸਿਓ ਨਾ ਹੀ ਚਾਰਾ, ਚਾਰਾ ਹੁੰਦਾ ਜ਼ੋਰ ਚੱਲਣਾ। ਸਾਰੀ ਦੁਨੀਆ ਦਾ ਮਾੜੇ ਧੀੜੇ 'ਤੇ ਜ਼ੋਰ ਚੱਲਦਾ, ਤਕੜੇ ਨੂੰ ਕੋਈ ਕੁਛ ਨਹੀਂ ਕਹਿੰਦਾ। ਜਿਵੇਂ ਗਰੀਬਾਂ 'ਤੇ ਸਰਕਾਰ ਦਾ ਜ਼ੋਰ ਚੱਲਦਾ, ਅਮੀਰਾਂ ਨੂੰ ਕੁਛ ਨਹੀਂ ਕਹਿੰਦੀਆਂ। ਸਭ ਦਾ ਜ਼ੋਰ ਮਾੜਿਆਂ 'ਤੇ ਚੱਲਦਾ। ਮੈਂ ਦੇਖਿਆ ਆ ਜਿਹੜਾ ਹੈ ਹੁਣ ਲੱਗਿਆ ਹੋਇਆ ਹੈ, ਕਰਫਿਊ ਵੀ ਲੱਗਾ ਰਿਹਾ। ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬ ਮਿਲਦੀ ਰਹੀ ਹੈ, ਉਹਨਾਂ ਨੂੰ ਘਰ ਆ ਕੇ ਦੇ ਜਾ ਕਰਦੇ ਸਨ। ਅਮੀਰ ਨੂੰ ਸਭ ਕੁਛ ਮਿਲਦਾ ਰਹਿੰਦਾ ਹੈ, ਇਹ ਤਾਂ ਗਰੀਬ ਨੂੰ ਹੀ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਹੈ। ਸੋ ਪਰਮਾਤਮਾ ਤਾਂ ਹੈਗਾ ਤਾਕਤਵਰ। ਉਸ ਠਾਕਰ ਸੇ, ਜਿਸ ਠਾਕਰ ਸੇ ਉਹ ਨਾ ਹੀ ਚਾਰਾ, ਜਿਸ ਮਾਲਕ ਦੇ ਅੱਗੇ ਹੈ ਇਨਸਾਨ ਤੇਰਾ ਕੋਈ ਨਹੀਂ ਨਾ ਜ਼ੋਰ ਚੱਲਣਾ। ਤਾ ਕੋ ਕੀਜੈ ਸਦ ਨਮਸਕਾਰਾ, ਤਾ ਕੋ ਹੁੰਦਾ ਉਸ ਨੂੰ, ਇਹ ਹਿੰਦੀ ਹੈ। ਤਾ ਕੋ ਕੀਜੈ ਸਦ ਨਮਸਕਾਰਾ, ਉਸ ਪਰਮਾਤਮਾ ਨੂੰ ਸਦਾ ਹੀ ਨਮਸਕਾਰ ਕਰੋ, ਕਿਉਂਕਿ ਉਹਦੇ ਅੱਗੇ ਜ਼ੋਰ 'ਤੇ ਚੱਲਣਾ ਨਹੀਂ ਹੈ। ਇਸ ਲਈ ਕਦੇ ਖਲੇ ਕੀਚੇ ਅਰਦਾਸ, ਉਹਦੇ ਕਿਤੇ ਖਲੋ ਕੇ ਬੇਨਤੀਆਂ ਕਰਨੀਆਂ ਨੇ। ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਹੈ। ਖਾਸ ਕਰਕੇ ਜਿਹੜੇ ਲੋਕ ਭਜਨ ਬੰਦਗੀ ਕਰਦੇ ਨੇ, ਕਈ ਵਾਰੀ ਆਪਾਂ ਕੋਈ ਚੀਜ਼ ਮੰਗਦੇ ਹਾਂ, ਸਾਨੂੰ ਨਹੀਂ ਪਤਾ ਕਿ ਜੋ ਅਸੀਂ ਮੰਗ ਰਹੇ ਹਾਂ ਇਹ ਬਾਅਦ ਵਿੱਚ ਸਾਡੇ ਲਈ ਲਾਭਦਾਇਕ ਹੈ ਕਿ ਨਹੀਂ। ਮੰਨ ਲਓ ਤੁਸੀਂ ਪੁੱਤਰ ਮੰਗੀ ਗਏ, ਮੰਗੀ ਗਏ, ਮੰਗੀ ਗਏ। ਮੇਰੇ ਨਾਲ ਇੱਕ ਟੀਚਰ ਲੱਗਾ ਸੀ, ਉਹਨੇ ਆਪਣੇ ਰਿਸ਼ਤੇਦਾਰਾਂ ਦੀ ਗੱਲ ਸੁਣਾਈ। ਕਹਿੰਦੇ ਇੱਕ ਮਹਾਂਪੁਰਖ ਨੂੰ ਮੰਨਿਆ ਕਰਦੇ ਸਨ। ਉਹ ਜੀ ਸਾਨੂੰ ਪੁੱਤਰ ਦੇ ਦਿਓ ਜੀ, ਜਦੋਂ ਮਹਾਂਪੁਰਖਾਂ ਨੂੰ ਮਿਲੇ ਜੀ ਸਾਨੂੰ ਪੁੱਤਰ ਦੇ ਦਿਓ ਜੀ। ਮਹਾਂਪੁਰਖ ਵੀ ਇੱਕ ਦਿਨ ਤੰਗ ਆ ਗਏ, ਕਹਿੰਦੇ ਭਾਈ ਪੁੱਤਰ ਤਾਂ ਦੇ ਦਿਆਂਗੇ ਪਰ ਉਹ ਨਾ ਹੋਇਆ ਵਰਗਾ ਹੋਏਗਾ। ਅੱਗੋਂ ਵੀ ਮੂਰਖ ਨਿਕਲੇ, ਕਹੇ ਜੀ ਨਾ ਹੋਇਆ ਵਰਗਾ ਹੀ ਦੇ ਦਿਓ। ਕਹੇ ਚੰਗਾ ਫਿਰ ਅਗਲੇ ਸਾਲ ਹੋ ਜਾਏਗਾ। ਅਗਲੇ ਸਾਲ ਪੁੱਤਰ ਹੋਇਆ ਅਤੇ ਉਹ ਹੋਇਆ ਲੂਲਾ, ਜਿਹਦੇ ਨਾ ਲੱਤਾਂ ਕੰਮ ਕਰਦੀਆਂ ਅਤੇ ਨਾ ਬਾਹਾਂ ਕੰਮ ਕਰਦੀਆਂ, ਨਾ ਕੋਈ ਆਪਣੀ ਕਿਰਿਆ ਕਰ ਸਕਦਾ। ਉਹ ਦੋਨੋਂ ਜੀ ਕਰਦੇ ਸਨ ਸਰਵਿਸ। ਹੁਣ ਉਸ ਲੂਲੇ ਨੂੰ ਕੌਣ ਮਗਰੋਂ ਪਾਲੇ, ਬੜਾ ਔਖਾ ਹੋ ਗਿਆ। 14 ਸਾਲ ਅਰਦਾਸਾਂ ਕਰਦੇ ਰਹੇ ਸੱਚੇ ਪਾਤਸ਼ਾਹ ਨੂੰ ਚੱਕ ਲੈ, ਅਤੇ 14 ਸਾਲਾਂ ਬਾਅਦ ਉਹ ਲੜਕਾ ਮਰਿਆ ਅਤੇ ਉਹਨਾਂ ਦਾ ਖਹਿੜਾ ਛੁੱਟਿਆ। ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਜੋ ਅਸੀਂ ਮੰਗ ਰਹੇ ਹਾਂ ਕਿ ਉਹ ਮੰਗ ਠੀਕ ਹੈ ਕਿ ਗਲਤ ਹੈ, ਪਰ ਪਰਮਾਤਮਾ ਨੂੰ ਪਤਾ ਹੁੰਦਾ ਕਿ ਜੇ ਮੈਂ ਇਹਦੀ ਮੰਗ ਮੰਨ ਲਈ, ਇਹਨਾਂ ਦੀ ਭਜਨ ਬੰਦਗੀ 'ਚ ਰੁਕਾਵਟ ਪੈ ਜਾਣੀ ਹੈ। ਪਰਮਾਤਮਾ ਨਹੀਂ ਚਾਹੁੰਦਾ ਕਿ ਭਜਨ ਬੰਦਗੀ ਕਰਨ ਵਾਲੇ ਬੰਦੇ ਦੀ ਭਜਨ ਬੰਦਗੀ ਰੁਕਾਵਟ ਪੈ। ਇਸ ਲਈ ਕਈ ਵਾਰੀ ਫਿਰ ਉਹਦੀ ਮੰਗ ਜਿਹੜੀ ਕਿ ਉਸ ਨੂੰ ਆਪਣੇ ਆਪ ਨੂੰ ਠੀਕ ਲੱਗਦੀ ਹੈ, ਪਰ ਪਰਮਾਤਮਾ ਨੂੰ ਪਤਾ ਹੁੰਦਾ ਜੇ ਮੈਂ ਇਹਦੀ ਮੰਗ ਮੰਨ ਲਈ ਇਹਦਾ ਹੀ ਨੁਕਸਾਨ ਹੋਣਾ, ਇਸ ਲਈ ਕਈ ਵਾਰੀ ਮੰਨਦਾ ਹੀ ਨਹੀਂ ਹੈਗਾ। ਇਸ ਲਈ ਕੁਝ ਸਮਾਂ ਬੇਨਤੀਆਂ ਕਰੀਦੀਆਂ ਨੇ, ਜੇ ਅਰਦਾਸ ਪੂਰੀ ਨਾ ਹੋਵੇ, ਮੰਗ ਪੂਰੀ ਨਾ ਹੋਵੇ, ਫਿਰ ਮੰਗਣੋਂ ਹਟ ਜਾਈਦਾ ਅਤੇ ਉਹਦੀ ਰਜ਼ਾ 'ਚ ਰਹੀਦਾ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਿਸ ਠਾਕਰ ਸਿਓ ਨਾ ਹੀ ਚਾਰਾ, ਜਿਸ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਤਾ ਕੋ ਕੀਜੈ ਸਦ ਨਮਸਕਾਰਾ,
ਹੁਣ ਤੇ ਸਦਾ ਹੀ ਨਮਸਕਾਰ ਕਰੋ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਜਿਹਦੇ ਮਨ ਨੂੰ ਪਰਮਾਤਮਾ ਮਿੱਠਾ ਲੱਗਦਾ, ਮਿੱਠੇ ਤੋਂ ਪਾ ਪਿਆਰਾ, ਜਿਸ ਦੇ ਮਨ ਨੂੰ ਪਰਮਾਤਮਾ ਪਿਆਰਾ ਲੱਗਦਾ ਨਾ, ਹੁਣ ਇਹ ਕਿਵੇਂ ਪਤਾ ਲੱਗਿਆ ਜੀ ਵੀ ਪਰਮਾਤਮਾ ਮੈਨੂੰ ਪਿਆਰਾ ਲੱਗਦਾ? ਆ ਬਾਣੀ ਨਾਮ ਇਹ ਪਰਮਾਤਮਾ ਦਾ ਹੀ ਹੈ ਨਾ। ਦੇਖੋ ਬਾਣੀ ਪਰਮਾਤਮਾ ਦੀ ਹੈ, ਭਾਵੇਂ ਅਸੀਂ ਇਹਨੂੰ ਗੁਰਬਾਣੀ ਆਖਦੇ ਹਾਂ। ਮਰਦਾਨਾ ਜੀ ਰਬਾਬ ਵਜਾਓ ਬਾਣੀ ਆਈ ਹੈ, ਇਹਦਾ ਮਤਲਬ ਰੱਬੀ ਬਾਣੀ ਹੈ। ਬਾਣੀ ਉੱਤੋਂ ਆਈ ਜਾਂ ਆਕਾਸ਼ਬਾਣੀ ਜਿਵੇਂ ਹੁੰਦੀ ਹੈ, ਬਾਣੀ ਆਈ ਜਾਂਦੀ ਸੀ, ਗੁਰੂ ਮਹਾਰਾਜ ਗਾਈ ਜਾਂਦੇ ਸਨ, ਮਰਦਾਨਾ ਜੀ ਵਜਾਈ ਜਾਂਦੇ ਸਨ, ਅਤੇ ਬਾਅਦ ਦੇ ਵਿੱਚ ਗੁਰੂ ਮਹਾਰਾਜ ਆਪਣੀ ਕਾਪੀ 'ਤੇ ਉਹਨਾਂ ਸ਼ਬਦਾਂ ਨੂੰ ਲਿਖ ਲਿਆ ਕਰਦੇ ਸਨ। ਜੇ ਤਾਂ ਬਾਣੀ ਪੜ੍ਹਨ ਨੂੰ ਕਰਦਾ ਜੀ, ਸਿਮਰਨ ਨੂੰ ਕਰਦਾ ਜੀ, ਤਾਂ ਫਿਰ ਜਿਹਦੀ ਬਾਣੀ ਹੈ ਨਾ ਉਹਦੇ ਨਾਲ ਤਾਂ ਸਾਨੂੰ ਪਿਆਰ ਹੈ। ਦੇਖੋ ਪਿਆਰੇ ਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ। ਇਹ ਬਾਣੀ ਉਸ ਪਿਆਰੇ ਪ੍ਰਭੂ ਦੀ ਹੈ, ਜਿਹੜਾ ਆਪਾਂ ਸਿਮਰਨ ਕਰਦੇ ਹਾਂ ਇਹ ਵੀ ਉਸੇ ਦਾ ਹੀ ਹੈ। ਜਦੋਂ ਬਾਣੀ ਪੜ੍ਹਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਬੜਾ ਮਨ ਲੱਗੇ, ਸਮਝੋ ਜਿਸ ਦੀ ਤੁਸੀਂ ਬਾਣੀ ਪੜ੍ਹ ਰਹੇ ਹੋ ਉਹਦੇ ਨਾਲ ਤੁਹਾਡਾ ਪਿਆਰ ਹੈ, ਉੱਥੇ ਪਤਾ ਲੱਗਦਾ। ਦੂਜਾ ਦਸਮ ਪਾਤਸ਼ਾਹ ਜਦੋਂ ਭੰਗਾਣੀ ਦਾ ਯੁੱਧ ਜਿੱਤ ਹਟੇ, ਪੀਰ ਬੁੱਧੂ ਸ਼ਾਹ ਵੀ ਆਪਣੇ ਮੁਰੀਦ ਲੈ ਚੇਲੇ ਲੈ ਕੇ ਆਇਆ ਸੀ। ਉਹਦੇ ਭਰਾ ਉਹਦੇ ਪੁੱਤਰ ਵੀ ਕੁਝ ਸ਼ਹੀਦ ਹੋ ਗਏ। ਉਹ ਫਿਰ ਹੁਣ ਜਾਣ ਲੱਗਿਆ ਪੀਰ ਬੁੱਧੂ ਜੀ ਵਾਪਸ ਦਸਮ ਪਾਤਸ਼ਾਹ ਕੋਲ ਆਗਿਆ ਲੈਣ ਆਏ। ਦਸਮ ਪਾਤਸ਼ਾਹ ਉਸ ਵੇਲੇ ਸਿਰ ਦੇ ਵਿੱਚ ਕੇਸਾਂ ਨੂੰ ਕੰਘਾ ਕਰ ਰਹੇ ਸਨ, ਅਤੇ ਪੀਰ ਬੁੱਧੂ ਸ਼ਾਹ ਜੀ ਆ ਗਏ, ਕਹਿੰਦੇ ਜੀ ਮੈਨੂੰ ਜਾਣ ਦੀ ਆਗਿਆ ਬਖਸ਼ੋ। ਗੁਰੂ ਮਹਾਰਾਜ ਕੇ ਪੀਰ ਜੀ ਅਸੀਂ ਤੁਹਾਡੇ 'ਤੇ ਬਹੁਤ ਖੁਸ਼ ਹਾਂ, ਮੰਗੋ ਕੀ ਮੰਗਦੇ ਹੋ? ਕਹਿੰਦੇ ਜੀ ਜੇ ਖੁਸ਼ ਹੋਏ ਨਾ, ਆਹ ਜਿਹੜਾ ਕੰਘਾ ਤੁਸੀਂ ਵਾਲਾਂ 'ਚ ਕੇਸਾਂ 'ਚ ਫੇਰ ਰਹੇ ਹੋ, ਅਤੇ ਕੰਘੇ ਦੇ ਵਿੱਚ ਜਿਹੜੇ ਥੋੜ੍ਹੇ ਬਹੁਤੇ ਵਾਲ ਅੜੇ ਨੇ, ਇਹ ਵਾਲਾਂ ਸਮੇਤ ਮੈਨੂੰ ਕੰਘਾ ਦੇ ਦਿਓ। ਕਹਿੰਦੇ ਇਹ ਕੀ ਕਰੋਗੇ ਇਸ ਦਾ? ਕਹਿੰਦੇ ਜਦੋਂ ਮੈਂ ਕੰਘਾ ਵੇਖਾਂਗਾ, ਵਿੱਚ ਕੇਸ ਵੇਖਾਂਗਾ, ਮੈਨੂੰ ਤੁਸੀਂ ਯਾਦ ਆਇਆ ਕਰੋਗੇ, ਬਸ ਇਹ ਤੁਹਾਡੀ ਸਦੀਵੀ ਯਾਦ ਹੈ। ਅਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਰੋਪਾ ਵੀ ਦਿੱਤਾ, ਉਹ ਕੰਘਾ ਵੀ ਦਿੱਤਾ, ਵਿੱਚ ਕੇਸ ਵੀ ਦਿੱਤੇ, ਕਿਉਂਕਿ ਜਿਹਦੇ ਨਾਲ ਪਿਆਰ ਹੁੰਦਾ ਹੈ ਉਹਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ। ਜਿਹਦੇ ਨਾਲ ਪਿਆਰ ਹੁੰਦਾ ਨਾ ਉਹਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ। ਚੁੰਮ ਚੁੰਮ ਰੱਖਾਂ ਨੀ ਮੈਂ ਕਲਗੀ ਜੁਝਾਰ ਦੀ, ਜੁਝਾਰ ਪਿਆਰਾ ਲੱਗਦਾ ਇਸ ਲਈ ਉਹਦੀ ਕਲਗੀ ਵੀ ਪਿਆਰੀ ਲੱਗਦੀ ਹੈ। ਅਤੇ ਜਿਹਨਾਂ ਨੂੰ ਜੁਝਾਰ ਨਹੀਂ ਨਾ ਪਿਆਰਾ ਲੱਗਦਾ, ਉਹਦੀ ਕਲਗੀ ਵੀ ਨਹੀਂ ਪਿਆਰੀ ਲੱਗਦੀ। ਆਹ 5 ਕਕਾਰ ਨੇ ਜਿਨ੍ਹਾਂ ਨੂੰ ਵਾਕਈ ਗੁਰੂ ਗੋਬਿੰਦ ਸਿੰਘ ਪਿਆਰੇ ਲੱਗਦੇ ਨੇ, ਉਹਨਾਂ ਨੂੰ 5 ਕਕਾਰ ਵੀ ਪਿਆਰੇ ਲੱਗਦੇ। ਅਤੇ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰੇ ਨਹੀਂ ਲੱਗਦੇ, ਉਹ ਕਕਾਰ ਲਾ ਕੇ ਰੱਖ ਦਿੰਦਾ ਕੋਈ ਸਮੇਂ ਬਾਅਦ। ਕਿਉਂ? ਗੁਰੂ ਹੀ ਪਿਆਰਾ ਨਹੀਂ ਲੱਗ ਰਿਹਾ, ਉਹਦੀਆਂ ਦਾਤਾਂ ਵੀ ਪਿਆਰੀਆਂ ਨਹੀਂ ਲੱਗ ਰਹੀਆਂ। ਇਹ ਤਾਂ ਪਤਾ ਲੱਗਦਾ ਕਿ ਕਿੰਨਾ ਕੁ ਪਿਆਰ ਹੁੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਾ ਕੇ ਮਨ ਲਾਗਾ ਪ੍ਰਭ ਮੀਠਾ, ਜਿਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਜਿਹਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਸਰਬ ਸੁਖ ਤਾਹੂ ਮਨ ਬੂਠਾ। ਇਹ 3 ਸ਼ਬਦ ਗੁਰਬਾਣੀ 'ਚ ਆਉਣਗੇ, ਤਾਹੂ, ਜਾਹੂ, ਕਾਹੂ। ਤਾਹੂ ਉਸ ਨੂੰ, ਜਾਹੂ ਜਿਸ ਨੂੰ, ਕਾਹੂ ਕਿਸ ਨੂੰ। ਸਰਬ ਸੁਖ ਤਾਹੂ ਮਨ ਬੂਠਾ। ਬੂਠਾ ਮੈਨੇ ਵਸ ਜਾਣਾ। ਉਸ ਵਿਅਕਤੀ ਦੇ ਮਨ ਵਿੱਚ ਸਾਰੇ ਸੁੱਖ ਵਸ ਜਾਂਦੇ। ਤਾਹੂ ਉਸ ਦੇ, ਕਿਸ ਦੇ? ਜਿਹਦੇ ਮਨ ਨੂੰ ਪਰਮਾਤਮਾ ਪਿਆਰਾ ਲੱਗਦਾ, ਉਸ ਵਿਅਕਤੀ ਦੇ ਮਨ ਵਿੱਚ ਸਾਰੇ ਸੁੱਖਾਂ ਦਾ ਨਿਵਾਸ ਹੁੰਦਾ। ਬੂਠਾ ਮੈਨੇ ਵਸ ਗਿਆ। ਕਿਉਂਕਿ ਪਰਮਾਤਮਾ ਕੋਲ ਹੈ ਨਹੀਂ ਸੁੱਖ, ਉਹਦੇ ਕੋਲ ਤਾਂ ਦੁੱਖ ਹੈ ਨਹੀਂ।
ਉਹ ਤਾਂ ਆਨੰਦ ਸਰੂਪ ਹੈ। ਜਦੋਂ ਪਰਮਾਤਮਾ ਦੀ ਯਾਦ ਹਿਰਦੇ 'ਚ ਵਸਦੀ ਹੈ, ਦੇਖੋ ਜੋ ਕੁਛ ਪਰਮਾਤਮਾ ਕੋਲੇ ਹੈ, ਜੋ ਕੁਛ ਠਾਕੁਰ ਕਾ ਸੋ ਸੇਵਕ, ਜੋ ਮਾਲਕ ਦਾ ਹੈ ਉਹੀ ਸੇਵਕ ਦਾ ਹੁੰਦਾ ਹੈ, ਜੋ ਪਰਮਾਤਮਾ ਦਾ ਹੈ ਉਹੀ ਪਰਮਾਤਮਾ ਦੇ ਭਗਤ ਦਾ ਹੁੰਦਾ ਹੈ। ਅਤੇ ਪਰਮਾਤਮਾ ਕੋਲੇ ਸੁੱਖ ਹੀ ਸੁੱਖ ਨੇ, ਦੁੱਖ ਤਾਂ ਹੈ ਹੀ ਕੋਈ ਨਹੀਂ। ਇਸ ਲਈ ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਦਾ ਹੈ, ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਸਰਬ ਸੁੱਖ, ਸਾਰੇ ਸੁੱਖ। ਤਾਹੂ ਮਨ ਬੂਠਾ, ਉਸ ਦੇ ਮਨ ਵਿੱਚ ਵਸ ਜਾਂਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਜਨ ਤੋਂ, ਜਿਸ ਭਗਤੀ ਕਰਨ ਵਾਲੇ ਤੋਂ, ਜਿਸ ਸੇਵਕ ਤੋਂ, ਜਿਸ ਭਗਤ ਤੋਂ ਪਰਮਾਤਮਾ ਆਪਣਾ ਹੁਕਮ ਮਨਵਾਉਂਦਾ ਨਾ। ਹੁਕਮ ਮੰਨਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਇਹ ਹੁਕਮ ਤਾਂ ਉਹੀ ਮੰਨ ਸਕਦਾ ਜਿਸ ਤੋਂ ਪਰਮਾਤਮਾ ਮਨਾਵੇ। ਕਹਿਣਾ ਆਸਾਨ ਹੈ, ਉਹਦੀ ਰਜ਼ਾ 'ਚ ਰਹੋ ਜੀ। ਪਰਮਾਤਮਾ ਨੇ ਪੁੱਤਰ ਦਿੱਤਾ ਹੈ, ਹੁਣੇ ਦਿੱਤਾ ਨਾ, ਸਾਲ ਕੁ ਬਾਅਦ ਉਹ ਖੋਹ ਲਈਦਾ। ਫਿਰ ਬੰਦਾ ਪਿੱਟਦਾ, ਰੋਂਦਾ, ਕਿੰਨੇ ਕਿੰਨੇ ਦਿਨ ਰੋਂਦਾ ਰਹਿੰਦਾ ਟੱਬਰ, ਕਿੰਨਾ ਸਮਾਂ ਉਦਾਸ ਰਹਿੰਦੇ ਨੇ, ਕਿਉਂਕਿ ਹੁਕਮ ਮੰਨਣਾ ਬੜਾ ਔਖਾ ਹੁੰਦਾ। ਪਰਮਾਤਮਾ ਨੇ ਚੀਜ਼ ਦਿੱਤੀ ਹੈ, ਉਹਦੀ ਹੈ, ਉਹ ਉਹਦੀ ਹੈ। ਪਰਮਾਤਮਾ ਨੇ ਜੋ ਕੁਛ ਸਾਨੂੰ ਦਿੱਤਾ ਹੈ ਨਾ, ਇਹਨੂੰ ਧਰਮ ਕਹਿੰਦਾ ਅਮਾਨਤ। ਇਹ ਸਾਡੇ ਕੋਲ ਜੋ ਕੁਛ ਵੀ ਹੈ, ਸਾਡਾ ਸਰੀਰ, ਸਾਡੇ ਕੱਪੜੇ, ਸਾਡਾ ਘਰ, ਸਾਡੇ ਆਵਾਜਾਈ ਦੇ ਸਾਧਨ, ਸਾਡਾ ਖਾਣ ਪੀਣ, ਸਭ ਕੁਝ ਪਰਮਾਤਮਾ ਦੀ ਅਮਾਨਤ ਹੈ। ਅਮਾਨਤ ਹੁੰਦੀ ਹੈ ਜਿਹੜੇ ਕੋਈ ਚੀਜ਼ ਕੁਝ ਸਮੇਂ ਲਈ ਸਾਨੂੰ ਦੇ ਜਾਵੇ। ਮੰਨ ਲਓ ਮੈਂ ਵਿਦੇਸ਼ ਚੱਲਿਆ, ਮੈਨੂੰ ਪਤਾ ਮੈਂ 1 ਸਾਲ ਬਾਅਦ ਆਵਾਂਗਾ। ਮੇਰੇ ਘਰ 'ਚ ਹੋ ਸਕਦਾ ਬਹੁਤ ਕੀਮਤੀ ਕੁਝ ਸਮਾਨ ਹੋਵੇ। ਮੈਂ ਆਪਣਾ ਸਮਾਨ ਆਪਣੇ ਭਰਾ ਨੂੰ ਜਾਂ ਕਿਸੇ ਆਂਢੀ ਗੁਆਂਢੀ ਨੂੰ ਜਾਂ ਕਿਸੇ ਦੋਸਤ ਮਿੱਤਰ ਨੂੰ ਦੇ ਜਾਂਦਾ ਕਿ ਭਾਈ ਆ ਤੁਸੀਂ ਵਰਤਣਾ, ਇਹਨੂੰ ਵਰਤ ਲਿਓ, ਜਦੋਂ ਮੈਂ ਆਵਾਂਗਾ ਫਿਰ ਮੈਂ ਆਪਣੀਆਂ ਚੀਜ਼ਾਂ ਲੈ ਲਾਂਗਾ। ਉਹ ਜਦੋਂ ਵਰਤਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਉਸ ਚੀਜ਼ਾਂ ਤੋਂ ਲਾਭ ਹੁੰਦਾ ਹੈ। ਜਦੋਂ ਮੈਂ ਮੁੜ ਕੇ ਮੰਗਾਂਗਾ ਫਿਰ ਉਹਨਾਂ ਨੂੰ ਤਕਲੀਫ ਹੋਵੇਗੀ। ਉਹਨਾਂ ਨੇ ਗਿਆਨ ਹੀ ਨਹੀਂ ਰਹਿੰਦਾ ਕਿ ਇਹ ਤਾਂ ਅਮਾਨਤ ਹੈ। ਇਹ ਤਾਂ ਅਸੀਂ ਬਾਬਾ ਜੀ ਦਾ ਸਮਾਨ ਰੱਖਿਆ ਹੋਇਆ ਹੈ। ਉਹ ਤਾਂ ਸਾਨੂੰ ਕਹਿ ਗਏ ਸੀ ਭਾਈ ਇਹਨੂੰ ਵਰਤ ਲਓ, ਜਦੋਂ ਮੈਂ ਆਵਾਂਗਾ ਵਾਪਸ ਕਰ ਦਿਓ। ਅਤੇ ਜਦ ਮੈਂ ਵਾਪਸ ਮੰਗਦਾ ਫਿਰ ਅਗਲੇ ਤਕਲੀਫ ਹੁੰਦੀ ਹੈ, ਕਿਉਂਕਿ ਵਰਤਣ ਲੱਗ ਪੈਣਾ, ਉਹਦਾ ਫਾਇਦਾ। ਇਸੇ ਤਰ੍ਹਾਂ ਧੀ ਪੁੱਤਰ ਜੋ ਕੁਛ ਵੀ ਹੈ ਪਰਮਾਤਮਾ ਦੀ ਅਮਾਨਤ ਹੈ। ਉਹਦੀ ਮਰਜ਼ੀ ਆਪਣੀ ਅਮਾਨਤ ਨੂੰ ਜਦੋਂ ਮਰਜ਼ੀ ਸਾਡੇ ਤੋਂ ਲੈ ਜੇ, ਪਰ ਸਾਨੂੰ ਗਿਆਨ ਨਾ ਹੋਣ ਕਾਰਨ, ਵਿਸ਼ਵਾਸ ਨਾ ਹੋਣ ਕਾਰਨ ਅਸੀਂ ਫਿਰ ਰੋਂਦੇ ਪਿੱਟਦੇ ਜਦੋਂ ਆਪਣੀ ਚੀਜ਼ ਵਾਪਸ ਲੈਂਦਾ ਹੈ। ਇਸ ਲਈ ਕਹਿੰਦੇ ਨੇ ਉਹਦੇ ਹੁਕਮ ਨੂੰ ਮੰਨਣਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਬਹੁਤ ਔਖਾ ਹੈ। ਖਾਲਾ ਮੁਸਲਮਾਨੀ ਸ਼ਬਦ ਹੈ, ਮਾਸੀ, ਵਾੜਾ ਮੈਨੇ ਘਰ ਹੈ। ਖਾਲਾ ਜੀ ਦਾ ਵਾੜਾ ਨਹੀਂ, ਇਹ ਮਾਸੀ ਦਾ ਘਰ ਨਹੀਂ ਵੀ ਜਦੋਂ ਮਰਜ਼ੀ ਘਰ ਚਲੇ ਜਾਓ। ਵੀ ਮਾਸੀ ਦਾ ਘਰ ਉਹਨੇ ਕਿਹੜਾ ਰੋਕਣਾ ਕੋਈ, ਇਹ ਸੌਖਾ ਕੰਮ ਨਹੀਂ ਹੈਗਾ। ਹਾਂ, ਪਰਮਾਤਮਾ ਹੀ ਜਿਸ ਤੋਂ ਹੁਕਮ ਮਨਵਾਉਂਦਾ, ਸਿਰਫ ਉਹੀ ਉਸ ਦਾ ਹੁਕਮ ਮੰਨ ਸਕਦਾ, ਕਿਉਂਕਿ ਪਰਮਾਤਮਾ ਸਮਰੱਥਾ ਦਿੰਦਾ। ਪਰਮਾਤਮਾ ਨੇ ਪੰਚਮ ਪਾਤਸ਼ਾਹ ਤੋਂ ਆਪਣਾ ਹੁਕਮ ਮਨਾਉਣਾ ਸੀ ਕਿ ਲੈ ਵੀ ਤੈਂ ਤੱਤੀ ਤਵੀਆਂ 'ਤੇ ਬਹਿਣਾ, 7 ਬਚਨ ਨੇ। ਹੁਣ ਪਰਮਾਤਮਾ ਨੇ ਆਪਣਾ ਹੁਕਮ ਮਨਵਾਉਣਾ ਹੈ ਪੰਚਮ ਪਾਤਸ਼ਾਹ ਤੋਂ, ਤਾਂ ਫਿਰ ਸਾਰੀ ਦੀ ਸਾਰੀ ਸਮਰੱਥਾ ਵੀ ਪਰਮਾਤਮਾ ਹੀ ਦਿੰਦਾ। ਫਿਰ ਸਮਰੱਥਾ ਵੀ ਪਰਮਾਤਮਾ ਦਿੰਦਾ ਹੈ ਕਿ ਤੱਤੀ ਤਵੀ ਹੋਵੇਗੀ, ਸੜਦੀ ਬਲਦੀ ਹੋਵੇਗੀ, ਸੜਦਾ ਬਲਦਾ ਉੱਤੇ ਰੇਤਾ ਹੋਵੇਗਾ, ਉਬਲਦਾ ਪਾਣੀ ਹੋਵੇਗਾ, ਪਰ ਮੈਂ ਤੂੰ ਦੱਸਣਾ ਕਿ ਪਰਮਾਤਮਾ ਦੇ ਭਗਤ ਨੂੰ ਲੋਕ ਕਿੰਨਾ ਤੰਗ ਕਰ ਸਕਦੇ ਨੇ, ਪਰ ਪਰਮਾਤਮਾ ਦੇ ਭਗਤ ਨੂੰ ਆਪਣੇ ਅਸੂਲਾਂ ਤੋਂ ਨਹੀਂ ਗਿਰਾ ਸਕਦੇ। ਪਰਮਾਤਮਾ ਸਮਰੱਥਾ ਦਿੰਦਾ, ਪਰਮਾਤਮਾ ਸਮਰੱਥਾ ਦਿੰਦਾ ਤਾਂ ਹੀ ਬੰਦ ਕਟਾਏ ਜਾ ਸਕਦੇ ਨੇ। ਪਰਮਾਤਮਾ ਸਮਰੱਥਾ ਦਿੰਦਾ ਹੈ ਤਾਂ ਹੀ ਆਰੇ ਨਾਲ ਤਨ ਨੂੰ ਚਿਰਵਾਇਆ ਜਾ ਸਕਦਾ ਹੈ। ਪਰਮਾਤਮਾ ਸਮਰੱਥਾ ਦਿੰਦਾ ਹੈ ਤਾਂ ਹੀ ਖੋਪਰੀ ਲੋਹਾਈ ਜਾ ਸਕਦੀ ਹੈ। ਪਰਮਾਤਮਾ ਹੀ ਸਮਰੱਥਾ ਦਿੰਦਾ ਹੈ
ਕਿ ਸਵਾ ਸਵਾ ਮਣ ਪੀਸਣ ਵੀ ਪੀਸਣੇ, ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਉਣੇ ਨੇ, ਪਰ ਈਨ ਨਹੀਂ ਮੰਨਣੀ। ਇਹ ਸਮਰੱਥਾ ਦਿੰਦਾ ਪਰਮਾਤਮਾ, ਜਿਸ ਤੋਂ ਉਹਨੇ ਆਪਣਾ ਹੁਕਮ ਮਨਾਉਣਾ ਹੁੰਦਾ ਹੈ। ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਤੋਂ ਪਰਮਾਤਮਾ ਨੇ ਆਪਣਾ ਹੁਕਮ ਮਨਵਾ ਲਿਆ, ਸਰਬ ਥੋਕ ਨਾਨਕ ਤਿਨ ਪਾਇਆ। ਤਿੰਨ ਨੰਨੇ ਨੂੰ ਸਿਹਾਰੀ ਇੱਕ ਵਚਨ ਹੋ ਗਿਆ, ਤਾਂ ਤਿੰਨ ਸਿਹਾਰੀ ਨੰਨਾ ਤਿੰਨ ਬਹੁਵਚਨ ਹੁੰਦਾ। ਜੇ ਨੰਨੇ ਨੂੰ ਸਿਹਾਰੀ ਲੱਗ ਜੇ ਇੱਕ ਵਚਨ ਹੁੰਦਾ। ਜਿਸ ਤੋਂ, ਜਿਸ ਇਸ ਲਈ ਸੱਸੇ ਨੂੰ ਔਂਕੜ ਲਾਇਆ, ਜਿਸ ਜਨ, ਜਿਸ ਜਨ ਤੋਂ ਪਰਮਾਤਮਾ ਹੁਕਮ ਮਨਾਉਂਦਾ ਨਾ, ਸਰਬ ਥੋਕ ਨਾਨਕ ਤਿਨ ਪਾਇਆ, ਉਸ ਜਨ ਨੇ ਹੀ ਫਿਰ ਸਾਰੀਆਂ ਵਸਤੂਆਂ ਪ੍ਰਾਪਤ ਕੀਤੀਆਂ। ਥੋਕ ਚੀਜ਼ਾਂ ਨੂੰ ਕਹਿੰਦੇ ਨੇ। ਸਾਰੀਆਂ ਵਸਤੂਆਂ ਪਰਮਾਤਮਾ ਕੋਲੋਂ ਉਸੇ ਨੂੰ ਹੀ ਮਿਲਦੀਆਂ ਹਨ। ਅਗਣਤ ਸ਼ਾ, ਇਹਨੂੰ ਅਗਨਤ ਨਹੀਂ ਪੜ੍ਹਨਾ। ਪੂਰਾ ਸ਼ਬਦ ਹੈ ਅਣਗਿਣਤ। ਅਣਗਿਣਤ ਤੋਂ ਛੋਟਾ ਬਣਾ ਲਿਆ ਅਗਣਤ। ਜਿਵੇਂ ਪੂਰਾ ਸ਼ਬਦ ਹੈ ਅਸਚਰਜ, ਅਸਚਰਜ ਤੋਂ ਗੁਰਬਾਣੀ ਛੋਟਾ ਬਣਾਇਆ ਅਚਰਜ, ਉਹਨੂੰ ਆਚਰਜ ਨਹੀਂ ਪੜ੍ਹਨਾ। ਅਸਚਰਜ ਪੂਰਾ ਸ਼ਬਦ ਹੈ, ਉਹਦਾ ਸੰਖੇਪ ਹੈ ਅਚਰਜ। ਇਸ ਤਰ੍ਹਾਂ ਅਣਗਿਣਤ ਤਾਂ ਸੰਖੇਪ ਹੈ ਅਗਣਤ, ਭਾਵ ਹੈ ਅਣਗਿਣਤ, ਜਿਹੜੇ ਗਿਣੇ ਹੀ ਨਾ ਜਾ ਸਕਣ। ਇਹ ਜਿਹੜਾ ਸੱਸੇ ਨੂੰ ਕਰਨਾ, ਹਾਹੇ ਨੂੰ ਔਂਕੜ ਹੈ, ਇਹ ਧਿਆਨ ਨਾਲ ਸੁਣੋ। ਜੇ ਤਾਂ ਇਹਨੂੰ ਪੜ੍ਹੋਗੇ ਸਾਹੋ, ਇਹ ਸ਼ਬਦ ਹੈ ਹਿੰਦੀ ਦਾ। ਸਾਹੋ ਪਤੀ ਨੂੰ ਕਹਿੰਦੇ, ਸਾਹੋ ਪਰਮੇਸ਼ਰ ਨੂੰ ਕਹਿੰਦੇ ਨੇ। ਹਾਲਾ ਕਹਿੰਦਾ ਬੀਬੀ ਸਹੁਰੇ ਗਈ ਹੈ। ਹਿੰਦੀ ਸੱਸੇ ਨੂੰ ਕੰਨਾ ਪਾਇਆ ਹੁੰਦਾ, ਹਾਏ ਨੂੰ ਔਂਕੜ ਰਾਣ ਦਲਮ ਸਹੁਰ ਹੈ, ਪਤੀ ਦੇ ਘਰ ਗਈ ਹੈ। ਮਾਇਕੇ ਮਾਂ ਦੇ ਘਰ ਗਈ ਹੈ, ਜਿਹਨੂੰ ਆਪਾਂ ਕਹਿੰਦੇ ਪੇ ਕੇ। ਪੇ ਬਾਪ ਨੂੰ ਕਹਿੰਦੇ ਨੇ, ਕੇ ਬਣੇ ਦੇ ਬਾਪ ਦੇ ਘਰ। ਇਸ ਲਈ ਖਿਆਲ ਰੱਖਣਾ, ਜੇ ਤੈਨੂੰ ਪੜ੍ਹੋਗੇ ਸਾਹੋ, ਇਹ ਹੋਗਾ ਹਿੰਦੀ ਦਾ ਸ਼ਬਦ। ਜੇ ਇਹਨੂੰ ਪੜ੍ਹੋਗੇ ਸ਼ਾਹ, ਫਿਰ ਹੋਗਾ ਫਾਰਸੀ ਦਾ ਸ਼ਬਦ। ਅਰਥ ਦੋਨਾਂ ਦੀ ਇੱਕੋ ਹੀ ਹੈ। ਸਾਹੋ ਮੈਨੇ ਪਰਮਾਤਮਾ, ਅਤੇ ਸ਼ਾਹ ਉਹਦਾ ਮਤਲਬ ਪਰਮਾਤਮਾ ਹੈ। ਖਿਆਲ ਰੱਖਣਾ, ਜੇ ਇਹਨੂੰ ਸ਼ਾਹ ਪੜ੍ਹਨਾ ਨਾ, ਸ਼ਾਹੋ ਨਹੀਂ ਪੜ੍ਹਨਾ। ਫਿਰ ਫਾਰਸੀ ਦੇ ਵਿੱਚ ਜਿਹੜਾ ਔਂਕੜ ਹੇਠਾਂ ਲੱਗਾ, ਇਹ ਨਹੀਂ ਬੋਲਿਆ ਜਾਂਦਾ। ਫਾਰਸੀ ਦੇ ਵਿੱਚ ਹਾਹੇ ਨੂੰ ਲੱਗਿਆ ਹੋਇਆ ਔਂਕੜ ਜਾਂ ਹਾਹੇ ਨੂੰ ਲੱਗੀ ਸਿਹਾਰੀ, ਇਹ ਨਹੀਂ ਬੋਲੀ ਜਾਂਦੀ। ਉੱਥੇ ਪੜ੍ਹਨਾ, ਜੇ ਫਾਰਸੀ ਦੀ ਤਰ੍ਹਾਂ ਪੜ੍ਹਨਾ, ਫਿਰ ਇਸ ਨੂੰ ਪੜ੍ਹਨਾ ਸ਼ਾਹ, ਸ਼ਾਹੋ ਨਹੀਂ ਪੜ੍ਹਨਾ। ਜਾਂ ਪੜ੍ਹਨਾ ਸਾਹੋ ਸੱਸੇ ਨਾਲ। ਜੇ ਸਾਹੋ ਪੜ੍ਹੋਗੇ ਤਾਂ ਹਿੰਦੀ ਦਾ ਸ਼ਬਦ ਹੋ ਜਾਏਗਾ, ਸ਼ਾਹ ਪੜ੍ਹੋਗੇ ਫਾਰਸੀ ਦਾ ਹੋ ਜਾਏਗਾ। ਅਰਥ ਹੈ ਪਰਮਾਤਮਾ। ਅਗਣਤ ਸ਼ਾਹ ਆਪਣੀ ਦੇ ਰਾਸ। ਪਰਮਾਤਮਾ ਆਪਣੀ ਪੂੰਜੀ ਜੀਵ ਨੂੰ ਦਿੰਦਾ। ਰਾਸ ਮੈਨੇ ਪੂੰਜੀ, ਧਨ ਦੌਲਤ। ਪਰਮਾਤਮਾ ਆਪਣੀ ਪੂੰਜੀ ਇਸ ਜੀਵ ਨੂੰ ਦਿੰਦਾ, ਅਤੇ ਇਹ ਫਿਰ ਜੀਵ ਜਿਹੜਾ ਉਹਦੇ ਨਾਲ ਬੇਅੰਤ ਚੀਜ਼ਾਂ ਲੈਂਦਾ, ਖਰੀਦਦਾ ਹੈ। ਕਿੰਨੀਆਂ ਹੀ ਚੀਜ਼ਾਂ ਆਪਣੇ ਘਰ 'ਚ ਹੁੰਦੀਆਂ ਅਗਣਤ, ਜਿਹਨਾਂ ਦੀ ਗਿਣਤੀ ਕੋਈ ਨਹੀਂ। ਇਹ ਫਿਰ ਮਨੁੱਖ ਕੀ ਕਰਦਾ? ਖਾਤ, ਉਹ ਚੀਜ਼ਾਂ ਜਿਹੜੀ ਮਿਲੀ ਨੂੰ ਖਾਂਦਾ। ਪੀਤ, ਜਿਹੜੇ ਪੀਣ ਵਾਲੇ ਉਹਨੂੰ ਪੀਂਦਾ। ਵਰਤੈ, ਜਿਹੜੇ ਵਰਤਣ ਵਾਲੇ ਉਹਨੂੰ ਵਰਤਦਾ ਹੈ। ਆਨੰਦ, ਆਨੰਦ 'ਚ ਰਹਿੰਦਾ ਹੈ। ਉਲਾਸ, ਖੁਸ਼, ਖਾਂਦਾ ਪੀਂਦਾ ਵਰਤਦਾ ਹੈ, ਆਨੰਦਿਤ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਵਿਆਹ ਕਿੰਨਾ ਕੁਛ ਮਿਲਿਆ ਹੋਇਆ ਹੈ। ਹੁਣ ਫਿਰ ਅੱਗੇ ਕਹਿੰਦੇ ਨੇ, ਆਪਣੀ ਅਮਾਨ ਕਛ ਬਹੁਰ ਸ਼ਾਹ ਲੈ। ਅਮਾਨ ਮੈਨੇ ਅਮਾਨਤ। ਅਮਾਨਤ ਜਾਂ ਅਮਾਨ ਇਹ ਫਾਰਸੀ ਦਾ ਸ਼ਬਦ ਹੈ। ਜਿਹੜੀ ਆਪਾਂ ਨੂੰ ਕੋਈ ਚੀਜ਼ ਕੁਝ ਸਮੇਂ ਲਈ ਵਰਤਣ ਨੂੰ ਦਿੱਤੀ ਜਾਂਦੀ ਹੈ, ਉਹਨੂੰ ਕਹਿੰਦੇ ਨੇ ਅਮਾਨਤ। ਅਤੇ ਜਿਹਨੇ ਚੀਜ਼ ਦਿੱਤੀ ਹੈ, ਉਹ ਫਿਰ ਜਦੋਂ ਮਰਜ਼ੀ ਉਹ ਵਾਪਸ ਲੈ ਸਕਦਾ, ਕਿਉਂਕਿ ਉਹਦੀ ਅਮਾਨਤ ਹੈ। ਉਹਨੇ ਸਾਨੂੰ ਪੱਕੇ ਤੌਰ 'ਤੇ ਨਹੀਂ ਦਿੱਤੇ। ਉਹ ਕਹਿੰਦਾ ਮੈਂ ਤੁਹਾਨੂੰ ਕੁਝ ਸਮੇਂ ਲਈ ਵਰਤਣ ਲਈ ਦਿੱਤੀ ਹੈ, ਵਰਤ ਲੈ, ਜਦੋਂ ਮੇਰਾ ਜੀਅ ਕਰੂਗਾ ਮੈਂ ਆਪਣੀ ਚੀਜ਼ ਵਾਪਸ ਲੈ ਲਾਂਗਾ। ਆਪਣੀ ਅਮਾਨ ਕਛ
ਆਪਣੀ ਮਨ 'ਚੋਂ ਥੋੜ੍ਹਾ ਜਿਹਾ ਬਾਹਰ ਹੁੰਦਾ, ਵਾਪਸ ਛਾਹ ਲੈ। ਜਿਹੜੇ ਦੀ ਅਮਾਨਤ ਹੈ ਜੀ, ਉਸ ਵਿੱਚੋਂ ਕੁਝ ਵੀ ਪਰਮਾਤਮਾ ਵਾਪਸ ਲੈ ਲੈਂਦੇ ਨਾ। ਅਗਿਆਨੀ ਮਨ ਰੋਸ ਕਰੇ। ਅਗਿਆਨੀ ਬੰਦਾ ਮਨ 'ਚ ਰੋਸ ਕਰਦਾ, ਨਾਰਾਜ਼ ਹੁੰਦਾ ਵੀ ਕਿਉਂ ਵਾਪਸ ਲਈਏ। ਉਹ ਅਗਿਆਨੀ ਇਸ ਲਈ ਹੈ ਕਿ ਉਹਨੂੰ ਗਿਆਨ ਹੀ ਨਹੀਂ ਹੈ ਕਿ ਜੋ ਕੁਛ ਵੀ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਇਹ ਪੱਕੇ ਤੌਰ 'ਤੇ ਨਹੀਂ ਦਿੱਤਾ। ਇਹ ਪੱਕੇ ਤੌਰ 'ਤੇ ਨਹੀਂ ਦਿੱਤਾ, ਇਹ ਤਾਂ ਉਹਦੀ ਅਮਾਨਤ ਹੈ। ਤੈਨੂੰ ਕੁਝ ਸਮੇਂ ਲਈ ਵਰਤਣ ਲਈ ਦਿੱਤਾ ਹੋਇਆ। ਜਦੋਂ ਉਹਦਾ ਜੀਅ ਕਰੇਗਾ, ਉਹ ਜੋ ਦਿੱਤਾ ਸਾਰਾ ਕੁਛ ਹੀ ਵਾਪਸ ਲੈ ਸਕਦਾ, ਜਾਂ ਉਹਦੇ ਵਿੱਚੋਂ ਥੋੜ੍ਹਾ ਬਹੁਤਾ ਵਾਪਸ ਲੈ ਸਕਦਾ। ਅਤੇ ਤੂੰ ਰੋਸ ਨਹੀਂ ਕਰਨਾ। ਇਹ ਕਹਿਣ ਨੂੰ ਤਾਂ ਠੀਕ ਹੈ, ਜਿਹੜੀ ਇਹ ਲਾਈਨ ਹੈ ਨਾ, ਐਕਚੁਅਲੀ ਇਹ ਹੈਗੀ ਬ੍ਰਹਮ ਗਿਆਨੀਆਂ ਲਈ। ਸਾਡੇ ਲਈ ਇਹ ਲਾਈਨ 'ਤੇ ਚੱਲਣਾ ਬੜਾ ਮੁਸ਼ਕਿਲ ਹੈ। ਅਸੀਂ ਸਧਾਰਨ ਲੋਕ ਹਾਂ, ਅਸੀਂ ਇੰਨੀ ਉੱਚੀ ਅਵਸਥਾ 'ਤੇ ਨਹੀਂ ਪਹੁੰਚ ਸਕੇ ਕਿ ਪਰਮਾਤਮਾ ਜੋ ਕਰਦਾ ਠੀਕ ਕਰਦਾ। ਠੀਕ ਹੈ, ਸਾਰੇ ਕਹਿੰਦੇ ਜੀ ਪਰਮਾਤਮਾ ਜੋ ਕਰਦਾ ਠੀਕ ਕਰਦਾ। ਜਦੋਂ ਦੂਜਿਆਂ ਨਾਲ ਬੀਤਦੀ ਹੈ, ਉਦੋਂ ਕਹਿੰਦੇ ਪਰਮਾਤਮਾ ਜੋ ਕਰਦਾ ਠੀਕ ਕਰਦਾ। ਅਤੇ ਜਦੋਂ ਉਹੀ ਗੱਲ ਆਪਣੇ 'ਤੇ ਬੀਤਦੀ ਹੈ, ਕਹਿੰਦੇ ਬਹੁਤ ਮਾੜਾ ਹੋਇਆ ਜੀ। ਫਿਰ ਕਹਿੰਦੇ ਬਹੁਤ ਮਾੜਾ ਹੋਇਆ ਜੀ। ਦੂਜੇ ਦਾ ਬੁੜਾ ਮਰ ਗਿਆ, ਉਹ ਜੀ ਫਿਰ ਜਾਣਾ ਹੀ ਸੀ, ਬੜੀ ਉਮਰ ਹੋ ਗਈ ਹੈ, ਹੁਣ ਜਾਣਾ ਹੀ ਸੀ, ਕਿਹੜਾ ਸਦਾ ਬੈਠੇ ਰਹਿਣਾ। ਜਦੋਂ ਆਪਣਾ ਮਰਦਾ ਫਿਰ ਹੁੰਦਾ। ਮੈਂ ਦੇਖਿਆ ਕਈ ਥਾਵਾਂ 'ਤੇ ਕਿਸੇ ਦਾ ਮਰਦਾ ਤਾਂ ਜਾਣਗੇ ਉਹ ਜੀ ਬਹੁਤ ਉਮਰ ਹੋ ਗਈ, ਹੁਣ ਜਾਣਾ ਹੀ ਸੀ, ਕਿਹੜਾ ਸਦਾ ਇੱਥੇ ਬੈਠੇ ਰਹਿਣਾ। ਜਦੋਂ ਆਪਣਾ ਮਰਦਾ, ਸਾਡੇ ਵਰਗਿਆਂ ਨੂੰ ਜਾਣਾ ਪੈਂਦਾ, ਫਿਰ ਰੋ ਰਹੇ ਹੁੰਦੇ ਨੇ, ਫਿਰ ਰੋ ਰਹੇ ਹੁੰਦੇ ਨੇ। ਤਾਂ ਹੀ ਕਹਿੰਦੇ ਆਪਣੇ ਘਰ ਜਦੋਂ ਅੱਗ ਲੱਗਦੀ ਉਹਨੂੰ ਕਹਿੰਦੇ ਅੱਗ, ਅਤੇ ਦੂਜੇ ਦੇ ਘਰ ਜੋ ਅੱਗ ਲੱਗੇ ਕਹਿੰਦੇ ਬਸੰਤਰ, ਉਹਨੂੰ ਬਸੰਤਰ ਕਹਿੰਦੇ। ਤੁਸੀਂ ਕਹੋਗੇ ਅੱਗ ਅਤੇ ਬਸੰਤਰ 'ਚ ਕੀ ਫਰਕ ਹੈ? ਜਿਹੜੀ ਹਵਨ ਯੱਗ ਦੀ ਅੱਗ ਹੁੰਦੀ ਹੈ ਨਾ, ਉਹਨੂੰ ਬਸੰਤਰ ਕਹਿੰਦੇ ਨੇ, ਕਿਉਂਕਿ ਪਵਿੱਤਰ ਹੁੰਦੀ ਹੈ। ਆਹ ਦੂਜੀ ਅੱਗ ਹੈ, ਇਹ ਫਿਰ ਸਾੜਦੀ ਹੈ ਨਾ ਸਭ ਕੁਛ, ਇਹਨੂੰ ਅੱਗ ਕਹਿੰਦੇ। ਆਪਣੇ ਘਰ ਅੱਗ ਲੱਗਦੀ ਹੈ, ਕਹਿੰਦੇ ਅੱਗ ਲੱਗ ਗਈ ਹੈ। ਦੂਜੇ ਦੇ ਘਰ ਅੱਗ ਲੱਗਦੀ, ਕਹਿੰਦੇ ਉਹਦੇ ਬਸੰਤਰ ਲੱਗ ਗਈ। ਇਸ ਲਈ ਬੜਾ ਔਖਾ ਹੈ ਉਹਦੀ ਰਜ਼ਾ 'ਚ ਰਹਿਣਾ। ਪਰ ਚਾਹੇ ਰੋ ਕੇ ਰਹੋ, ਚਾਹੇ ਹੱਸ ਕੇ ਰਹੋ, ਰਹਿਣਾ ਤਾਂ ਪੈਣਾ ਹੀ, ਉਹਦੇ ਜ਼ੋਰ 'ਤੇ ਚੱਲਣਾ ਹੀ ਨਹੀਂ। ਚਾਹੇ ਉਹਦੀ ਰਜ਼ਾ ਨੂੰ ਹੱਸ ਕੇ ਮੰਨ ਲਓ, ਅਤੇ ਚਾਹੇ ਰੋ ਕੇ ਮੰਨ ਲਓ, ਉਹਨੇ ਤਾਂ ਆਪਣੀ ਗੱਲ ਮਨਵਾ ਹੀ ਲੈਣੀ ਹੈ। ਸਾਡਾ ਉਹਦੇ ਅੱਗੇ ਜ਼ੋਰ ਹੀ ਨਹੀਂ ਚੱਲਣਾ ਹੈਗਾ। ਜਿਵੇਂ ਕਹਿੰਦੇ ਤਕੜਾ ਮਾਰੇ ਵੀ, ਰੋਣ ਵੀ ਨਾ ਦੇਵੇ। ਤੁਸੀਂ ਘਰ 'ਚ ਦੇਖੇ ਕਦੇ? ਬਾਪੂ ਆਪਣੇ ਪੁੱਤਰ ਨੂੰ ਕੁੱਟਦਾ, ਪੁੱਤਰ ਅੱਗੋਂ ਰੋਂਦਾ, ਫਿਰ ਉਹਨੂੰ ਥੱਪੜ ਚੁੱਪ ਕਰਦਾ ਕਿ ਨਹੀਂ ਕਰਦਾ? ਮੈਂ ਦੇਖੋ ਕਹਾਵਤ ਬੜੀ, ਤਕੜਾ ਮਾਰੇ ਵੀ, ਰੋਣ ਵੀ ਨਾ ਦੇਵੇ। ਫਿਰ ਰੋਂਦਾ ਕਿਉਂ ਹੈ? ਵਿਚਾਰੇ ਰੋ ਲੈਣ ਦਿਓ, ਉਹ ਕੋਈ ਠੀਕ ਹੋ ਜਾਏਗਾ। ਕੋਈ ਨੌਜਵਾਨ ਘਰ 'ਚ ਮਰ ਗਿਆ ਹੈ, ਕਿਸੇ ਔਰਤ ਨੂੰ, ਕਿਸੇ ਬੰਦੇ ਨੂੰ ਤੁਰੰਤ ਚੁੱਪ ਨਾ ਕਰੋ, ਉਹਨੂੰ ਰੋ ਲੈਣ ਦਿਓ। ਕਿਉਂਕਿ ਜੋ ਨਹੀਂ ਨਾ ਰੋਵੇਗਾ, ਉਹਨੂੰ ਕੋਈ ਨਾ ਕੋਈ ਬਿਮਾਰੀ ਲੱਗ ਸਕਦੀ ਹੈ। ਉਹਨੂੰ ਰੋ ਲੈਣ ਦੇਣਾ ਚਾਹੀਦਾ, ਪਰ ਇੰਨਾ ਵੀ ਨਾ ਰੋਣ ਦਿਓ ਕਿ ਉਹਦੀ ਅੱਖਾਂ 'ਚੋਂ ਅੱਥਰੂ ਹੀ ਮੁੱਕ ਜਾਣ। ਕਾਫੀ ਸਮੇਂ ਬਾਅਦ ਫਿਰ ਜਾ ਕੇ ਦਿਲਾਸਾ ਦਿਓ ਕਿ ਭਾਈ ਕੋਈ ਨਹੀਂ, ਹੋਰ ਨਾ ਰੋਵੋ, ਬਹੁਤ ਰੋ ਲਿਆ ਹੈ, ਹੁਣ ਜੋ ਹੋਣਾ ਉਹ ਹੋ ਗਿਆ, ਹੁਣ ਸਬਰ ਕਰੋ, ਸਹਿਣ ਕਰੋ। ਪਰ ਕੁਝ ਦੇਰ ਸਮੇਂ ਲਈ ਰੋ ਲੈਣ ਦੇਣਾ ਚਾਹੀਦਾ। ਮਨੋਵਿਗਿਆਨ ਸਾਨੂੰ ਇਹੀ ਸਿਖਾਉਂਦਾ ਸੀ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਪਰਮਾਤਮਾ ਆਪਣੀ ਅਮਾਨਤ ਦੇ ਵਿੱਚੋਂ ਕੁਝ ਵਾਪਸ ਲੈ ਲੈਂਦਾ ਨਾ, ਅਗਿਆਨੀ ਮਨ ਰੋਸ ਕਰੇ। ਅਗਿਆਨੀ ਫਿਰ ਮਨ ਦੇ ਵਿੱਚ ਰੋਸ ਕਰਦਾ, ਪਰਮਾਤਮਾ ਨਾਲ ਨਾਰਾਜ਼ ਹੁੰਦਾ ਹੈ, ਆਪਣੀ ਪ੍ਰਤੀਤ ਆਪ ਹੀ ਖੋਵੇ। ਇਸ ਤਰ੍ਹਾਂ ਰੋਸ ਕਰਕੇ ਮਨੁੱਖ ਆਪਣਾ ਵਿਸ਼ਵਾਸ ਆਪ ਹੀ ਗਵਾ ਲੈਂਦਾ ਹੈ। ਪ੍ਰਤੀਤ ਵਿਸ਼ਵਾਸ ਨਹੀਂ ਕਰਦਾ। ਪਰਮਾਤਮਾ ਮਨੁੱਖ ਆਪਣਾ ਵਿਸ਼ਵਾਸ ਆਪ ਹੀ ਗਵਾ ਲੈਂਦਾ ਹੈ। ਪਰਮਾਤਮਾ ਕਹਿੰਦੇ ਕਮਾਲ ਦਾ ਬੰਦਾ, ਮੇਰੀ ਚੀਜ਼ ਸੀ, ਮੈਂ ਵਾਪਸ ਲੈ ਲਈ ਹੈ, ਇਹ ਸਗੋਂ ਉਲਟਾ ਸੁਲਟਾ ਮੈਨੂੰ ਬੋਲਦਾ ਹੈਗਾ, ਇਹ ਰੋਸ ਕਰਦਾ ਵੀ ਤੁਸੀਂ ਐਂ ਕਿਉਂ ਕੀਤਾ ਹੈ। ਇਸ ਤਰ੍ਹਾਂ ਬੰਦਾ ਫਿਰ ਆਪਣਾ ਵਿਸ਼ਵਾਸ ਖੋ ਲੈਂਦਾ। ਪਰਮਾਤਮਾ ਕਹਿੰਦਾ ਤੂੰ ਤਾਂ ਯੋਗ ਹੀ ਨਹੀਂ ਹੈ, ਇਹ ਤੈਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ। ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਵਿਸ਼ਵਾਸ ਪਹਿਲੇ ਸੱਸੇ ਦੇ ਪੈਰ 'ਚ ਬਿੰਦੀ ਲਾਣੀ ਹੈ, ਦੂਜਾ ਸੱਸਾ ਵੈਸੇ ਹੁੰਦਾ।
ਜਿਹਨੂੰ ਵਿਸ਼ਵਾਸ ਵੀ ਕਹਿੰਦੇ। ਬੌਹਰ ਹੁੰਦਾ ਦੁਬਾਰਾ, ਬੌਹਰ ਉਸਕਾ ਵਿਸ਼ਵਾਸ ਨਾ ਹੋਵੇ, ਦੁਬਾਰਾ ਫਿਰ ਪਰਮਾਤਮਾ ਉਸ 'ਤੇ ਵਿਸ਼ਵਾਸ ਨਹੀਂ ਕਰਦਾ। ਇਹਦਾ ਕੀ ਇਹਨੂੰ ਤਾਂ ਚੀਜ਼ ਦਿਓ ਮਗਰ ਮੁੱਕਰ ਜਾਣੇ ਨੇ, ਨਾ ਜੀ ਤਾਂ ਮੇਰੀ ਸੀ ਜੀ। ਆਪਾਂ ਤਾਂ ਹੀ ਨਹੀਂ ਦਿੰਦੇ ਜੀ, ਆਪਣੀ ਸਮਝ ਕੇ, ਆਪਣੀ ਸਮਝ ਕੇ ਵਾਪਸ ਨਹੀਂ ਕਰਦੇ। ਫਿਰ ਅਗਲਾ ਮੁੜ ਕੇ ਦਿੰਦਾ ਨਹੀਂ ਵੀ ਚੰਗਾ ਪਏ। ਮੰਨ ਲਓ ਤੁਸੀਂ ਇੱਕ ਵਾਰ ਇੱਕ ਨੂੰ ਉਧਾਰ ਦਿੱਤਾ, ਉਹ ਤੁਹਾਡੇ ਮੋੜਦਾ ਹੀ ਨਹੀਂ, ਫਿਰ ਦੁਬਾਰਾ ਤੁਹਾਡੇ ਕੋਲ ਉਧਾਰ ਲੈਣ ਆ ਜਾਏ, ਕੀ ਤੁਸੀਂ ਉਸਨੂੰ ਦਿਓਗੇ? ਤੁਸੀਂ ਕਹੋਗੇ ਤੈਂ ਤਾਂ ਮੇਰੇ ਪਹਿਲੇ ਹੀ ਨਹੀਂ ਮੋੜੇ, ਮੈਂ ਨਹੀਂ ਤੈਨੂੰ ਦਿੰਦਾ। ਅਤੇ ਕਈ ਬੜੇ ਚਲਾਕ ਹੁੰਦੇ ਨੇ। ਸਾਡੇ ਨਾਲ ਇੱਕ ਟੀਚਰ ਸੀ, ਕਈ ਵਾਰੀ ਆਪਣੀ ਮੂਰਖਤਾ ਬੰਦਾ ਆਪ ਹੀ ਸੁਣਾਉਂਦਾ ਹੈ। ਕਹਿੰਦਾ ਮੈਂ ਇੱਕ ਨਾਲ ਦੇ ਸਾਥੀ ਨੂੰ ਕਿਸੇ ਪਹਿਲਾਂ ਹੋਰ ਕਿਸੇ ਸਕੂਲ 'ਚ ਸੀ, ਉਹ ਕਹਿੰਦਾ ਮੈਂ ਉਸ ਤੋਂ ਨਾ 500 ਰੁਪਈਆ ਫੜਿਆ, ਮੈਂ ਭਈ ਜਦੋਂ ਮੈਨੂੰ ਤਨਖਾਹ ਮਿਲੇਗੀ ਨਾ ਮੈਂ ਮੋੜ ਦਿਆਂਗਾ। ਮੈਂ ਕਹਿੰਦਾ ਮੋੜਤਾ। 2 ਮਹੀਨਿਆਂ ਬਾਅਦ ਉਹਨੂੰ ਕਿਹਾ ਯਾਰ ਮੈਨੂੰ ਨਾ 10,000 ਦੀ ਲੋੜ ਪੈ ਗਈ, ਔਖਾ ਸੌਖਾ ਜਿਵੇਂ ਮਰਜ਼ੀ ਹੈ ਦੇ, ਮੈਂ 2 ਮਹੀਨਿਆਂ 'ਚ ਤੇਰੇ ਮੋੜ ਦਾਂਗਾ। ਚਲੋ ਉਹਨੇ ਮੈਨੂੰ ਦੇ ਦਿੱਤੇ ਵੀ ਚਲੋ ਇਹਨੇ ਪਹਿਲਾਂ ਮੇਰੇ ਮੋੜ 'ਤੇ ਨਹੀਂ। ਕਹਿੰਦਾ ਮੈਂ 2 ਮਹੀਨਿਆਂ ਬਾਅਦ ਉਹਦਾ 10,000 ਮੋੜਤਾ। 3-4 ਮਹੀਨੇ ਬਾਅਦ ਉਹਨੂੰ ਮੈਂ ਕਿਹਾ ਯਾਰ ਮੈਂ ਨਾ ਪਲਾਟ ਖਰੀਦਣਾ, 50,000 ਘੱਟਦੇ ਨੇ, ਤੂੰ ਜਿਵੇਂ ਮਰਜ਼ੀ ਹੈ ਕਰ, ਮੈਂ ਤੈਨੂੰ ਵਿਆਜ ਵੀ ਦੇ ਦਾਂਗਾ, ਤੂੰ ਮੈਨੂੰ 50,000 ਦੇ ਦੇ, ਮੈਂ 10,000 ਕਰਕੇ 5 ਮਹੀਨੇ ਤੇਰੇ ਮੋੜ ਦਿਆਂਗਾ। ਉਹਨੇ ਕਿਹਾ ਠੀਕ ਹੈ, ਪਹਿਲਾਂ ਵੀ ਮੋੜ ਦੇਗਾ। ਕਹਿੰਦਾ ਮੈਂ ਅੱਜ ਤੱਕ ਉਹਦੇ ਮੋੜੇ ਹੀ ਨਹੀਂ ਹੈਗਾ, ਉਹ ਮੇਰੇ ਮਗਰ ਫਿਰੀ ਜਾਂਦਾ, ਮੈਂ ਫਿਰੀ ਜਾ ਬਸ, ਕਿਉਂ ਲਿਖਤ ਪੜ੍ਹਤ ਕੋਈ ਹੈ ਨਹੀਂ। ਇਹੋ ਜਿਹੇ ਲੋਕ ਵੀ ਨੇ, ਇਸ ਲਈ ਬੜਾ ਸਾਵਧਾਨ ਰਹਿਣਾ। ਇਹ ਸੁਣਾਉਣਾ ਮੈਂ ਤਾਂ, ਇਹ ਬੜੇ ਚਲਾਕ ਲੋਕ ਨੇ। ਇੱਕ ਬੰਦਾ ਇੱਕ ਮਹਾਂਪੁਰਖਾਂ ਕੋਲ ਚਲਿਆ ਗਿਆ, 10,000 ਜਾ ਕੇ ਮੱਥਾ ਟੇਕਿਆ, ਦਿੱਲੀ ਦਾ ਬੰਦਾ ਸੀ। ਮਹਾਂਪੁਰਖ ਖੁਸ਼ ਹੋ ਗਏ, ਕਹਿੰਦੇ ਵੀ ਤੂੰ ਕੀ ਕਰਦਾ? ਕਹਿੰਦਾ ਮੇਰਾ ਬੜਾ ਬਿਜ਼ਨਸ ਹੈ ਦਿੱਲੀ 'ਚ ਜੀ। ਕਹਿੰਦੇ ਅੱਛਾ। ਅਗਲੀ ਵਾਰੀ ਆਇਆ, 50,000 ਮੱਥਾ ਟੇਕਿਆ। ਕਹਿੰਦੇ ਬਾਬਾ ਜੀ ਜਦੋਂ ਤੁਹਾਡੇ ਦਰਸ਼ਨ ਕੀਤੇ ਨੇ ਲਹਿਰਾਂ ਬਹਿਰਾਂ ਹੋ ਗਈਆਂ ਨੇ। ਬਾਬੇ ਵੀ ਖੁਸ਼ ਵੀ 50,000 ਦੇ ਕੇ। ਕਹਿੰਦਾ ਬੜਾ ਬਿਜ਼ਨਸ ਚੱਲਦਾ ਜੀ। ਅਗਲੀ ਵਾਰ ਹੈ 1 ਲੱਖ ਰੁਪਈਆ ਮੱਥਾ ਟੇਕਿਆ। ਬਾਬਾ ਜੀ ਕਹਿੰਦੇ ਬੱਲੇ ਬੱਲੇ ਵੀ ਬਹੁਤ ਤੇਰਾ ਕੰਮ ਜੇ। ਕਹਿੰਦੇ ਬਾਬਾ ਜੀ ਕਿਆ ਬਾਤ ਹੈ, ਤੁਹਾਡੀ ਐਸੀ ਕਿਰਪਾ ਹੋ ਗਈ ਹੈ, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹੋ ਰਹੀ ਹੈ। ਕਹਿੰਦੇ ਮੈਂ ਸੋਚਿਆ ਵੀ ਬਾਬਾ ਜੀ ਦਾ ਹਿੱਸਾ ਪਵਾ ਲਾ ਬਿਜ਼ਨਸ 'ਚ, ਵੀ ਚਲੋ ਇਹਨਾਂ ਨੂੰ ਵੀ ਵਿੱਚੋਂ ਜਿਹੜਾ ਪ੍ਰੋਫਿਟ ਹੋਏਗਾ ਇਹਨਾਂ ਉਹ ਤਾਂ ਹਿੱਸਾ ਇਹਨਾਂ ਨੂੰ ਦੇ ਦਿਆ ਕਰਾਂਗੇ। ਬਾਬਾ ਜੀ ਤੁਸੀਂ ਵੀ ਹਿੱਸਾ ਪਾ ਲਓ। ਕਹਿੰਦੇ ਕਿੰਨੇ? ਕਹਿੰਦੇ 11 ਲੱਖ ਘੱਟ ਤੋਂ ਘੱਟ ਪਾ ਲਓ ਹਿੱਸਾ। ਬਾਬਿਆਂ ਨੇ 11 ਲੱਖ ਦਿੱਤਾ, ਉਹ ਅੱਜ ਮੁੜ ਕੇ ਆਉਂਦਾ, ਉਹ ਪਤਾ ਹੀ ਨਹੀਂ ਕਿੱਧਰ ਨੂੰ ਗਿਆ ਅਤੇ ਕਿੱਧਰ ਨੂੰ ਨਾ ਗਿਆ। ਇਸ ਲਈ ਭਾਈ ਸਾਵਧਾਨ ਰਹਿਣ ਜੇ ਕਿਸੇ ਨੂੰ ਉਧਾਰ ਦੇਣੇ। ਵੈਸੇ ਤਾਂ ਜ਼ਮਾਨਾ ਕੋਈ ਨਹੀਂ, ਪਰ ਜੇ ਦੇ ਦੇਣਾ ਤਾਂ ਫਿਰ ਜਿਹੜਾ ਹੈ ਅਫਸੋਸ ਨਹੀਂ ਕਰਨਾ ਵੀ ਰਹਿ ਗਏ। ਬਸ ਅੱਜ ਕੱਲ੍ਹ ਸੰਸਾਰ ਦਾ ਇਹੋ ਜਿਹੀ ਹਾਲ ਹੈ। ਇਸੇ ਤਰ੍ਹਾਂ ਫਿਰ ਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਇਹਨੂੰ ਚੀਜ਼ ਦਿੰਦਾ, ਜਦੋਂ ਆਪਣਾ ਵਾਪਸ ਮੰਗਦਾ ਫਿਰ ਇਹ ਨਾਰਾਜ਼ ਹੋ ਜਾਂਦਾ ਹੈ। ਇਸ ਤਰ੍ਹਾਂ ਆਪਣਾ ਵਿਸ਼ਵਾਸ ਹੀ ਗਵਾ ਲੈਂਦਾ ਹੈ। ਅਤੇ ਹੁਣ ਸਾਨੂੰ ਸਮਝਾਉਂਦੇ ਨੇ ਪੰਚਮ ਪਾਤਸ਼ਾਹ, ਜਿਸ ਕੀ ਬਸਤ ਤਿਸ ਆਗੇ ਰੱਖ ਹੈ। ਇਹ ਭਾਈ ਜਿਹਦੀ ਚੀਜ਼ ਹੋਵੇ ਨਾ ਉਹਦੇ ਅੱਗੇ ਰੱਖ ਦੇਣੀ ਚਾਹੀਦੀ। ਆਹ ਲਓ ਜੀ ਤੁਹਾਡੀ ਚੀਜ਼ ਹੈ, ਆਹ ਤੁਹਾਡੀ ਇਮਾਨਤ ਹੈ। ਪ੍ਰਭ ਕੀ ਆਗਿਆ ਮਾਨੈ ਮੱਥ ਹੈ। ਮਾਨੈ ਮੱਥ ਦਾ ਖਿੜੇ ਮੱਥੇ ਮੰਨਣਾ। ਉਹ ਪਰਮਾਤਮਾ ਦੇ ਹੁਕਮ ਨੂੰ ਆਪਾਂ ਹੁਕਮ ਕਹਿੰਦੇ ਹਾਂ, ਹਿੰਦੀ 'ਚ ਆਗਿਆ ਕਹਿੰਦੇ। ਮੇਰੇ ਪ੍ਰਤੀ ਕੀ ਆਗਿਆ ਜੀ? ਭਾਵ ਮੇਰੇ ਪ੍ਰਤੀ ਕੀ ਹੁਕਮ ਹੈ ਤੁਹਾਡਾ? ਪ੍ਰਭ ਕੀ ਆਗਿਆ, ਪਰਮਾਤਮਾ ਦੇ ਹੁਕਮ ਨੂੰ ਮਾਨੈ ਮੱਥ ਹੈ, ਖਿੜੇ ਮੱਥੇ ਮੰਨਦਾ ਹੈ। ਪਰਮਾਤਮਾ ਦੇ ਹੁਕਮ ਨੂੰ ਖਿੜੇ ਮੱਥੇ ਮੰਨਦਾ ਹੈ। ਫਿਰ ਪਰਮਾਤਮਾ ਕੀ ਕਰਦਾ? ਉਸ 'ਤੇ ਚੌਗਣ ਕਰੈ ਨਿਹਾਲ। ਉਹ ਪਹਿਲਾਂ ਨਾਲ ਵੀ 4 ਗੁਣਾ ਪਰਮਾਤਮਾ ਨੂੰ ਨਿਹਾਲ ਕਰ ਦਿੰਦਾ ਹੈ। ਬੜੀ ਆਪਣੀ ਖੁਸ਼ੀ ਪਰਮਾਤਮਾ ਪ੍ਰਗਟ ਕਰਦਾ ਕਿ ਮੇਰੀ ਚੀਜ਼ ਸੀ, ਮੈਂ ਮੰਗੀ ਹੈ, ਇਹ ਆਪ ਹੀ ਲੈ ਕੇ ਆ ਗਿਆ ਵੀ ਆਹ ਲਓ ਜੀ ਆਪਣੀ ਵਸਤੂ। ਪਰਮਾਤਮਾ ਦੇ ਖੁਸ਼ ਕਹਿੰਦੇ ਫਿਰ ਉਹਨੂੰ 4 ਗੁਣਾ ਨਿਹਾਲ ਪ੍ਰਸੰਨ ਕਰ ਦਿੰਦਾ ਹੈ। ਨਾਨਕ ਸਾਹਿਬ ਸਦਾ ਦਿਆਲ। ਪਰਮਾਤਮਾ ਤਾਂ ਸਦਾ ਹੀ ਦਿਆਲੂ ਹੈ। ਦਿਆਲੂ ਜਿਹੜਾ ਬੰਦਾ ਹੁੰਦਾ ਹੈ ਉਹ ਛੇਤੀ ਤਰਸ ਉਸ ਨੂੰ ਆ ਜਾਂਦਾ ਹੈ। ਉਹ ਫਿਰ
ਜਿਹੜਾ ਹੈ ਆਪਣੇ ਸੇਵਕਾਂ ਦੀ ਗੱਲ ਛੇਤੀ ਬੇਨਤੀ ਸਵੀਕਾਰ ਕਰ ਲੈਂਦਾ ਹੈ। ਸੋ ਕਹਿੰਦੇ ਭਾਈ ਚਿੱਗਾ ਸਮਝਾਇਆ ਕਿ ਪਰਮਾਤਮਾ ਦੀ ਜੋ ਵਸਤੂ ਹੈ ਉਹਨੂੰ ਅਮਾਨਤ ਸਮਝ ਕੇ ਜੋ ਕੁਛ ਵੀ ਸਾਡੇ ਕੋਲ ਹੈ, ਆਪਣੇ ਸਰੀਰ ਤੋਂ ਲੈ ਕੇ ਜੋ ਕੁਛ ਵੀ ਘਰ-ਬਾਰ ਦਿਸ ਰਿਹਾ, ਇਹ ਸਭ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਦੇਖਣ ਨੂੰ ਤਾਂ ਆਪਾਂ ਹੀ ਮਿਹਨਤ ਕੀਤੀ। ਹੁਣ ਮੈਂ ਘਰ ਪਾਇਆ, ਦੇਖਣ ਨੂੰ ਤਾਂ ਐਂ ਲੱਗਦਾ ਵੀ ਮੈਂ ਅਤੇ ਮੇਰੀ ਘਰ ਵਾਲੀ ਸਰਕਾਰੀ ਨੌਕਰੀ ਕਰਦੇ ਸੀ, ਅਸੀਂ ਕੁਝ ਪੈਸੇ ਬਚਾਏ, ਕੁਝ ਕਰਜ਼ਾ ਲਿਆ, ਇਹ ਘਰ ਪਾਇਆ ਹੈ। ਪਰਮਾਤਮਾ ਕਹਿੰਦਾ ਇਹ ਤਾਂ ਮੇਰਾ ਹੈ। ਹੁਣ ਜੇ ਪਰਮਾਤਮਾ ਕਹੇ ਭਾਈ ਇਹ ਘਰ ਤੁਹਾਡਾ ਨਹੀਂ, ਇਹ ਤਾਂ ਮੇਰਾ ਹੈ, ਹੋਵੇਗੀ ਨਾ ਸਾਨੂੰ ਤਕਲੀਫ ਵੀ ਜੇ ਅਸੀਂ ਤਾਂ 60 ਕਿਸ਼ਤਾਂ ਜੋ ਮੂਲ ਉਤਾਰਿਆ, 40 ਕਿਸ਼ਤਾਂ ਦੇ ਵਿੱਚ ਅਸੀਂ ਵਿਆਜ ਉਤਾਰਿਆ, ਅਸੀਂ 100 ਮਹੀਨਾ ਇਹ ਕਰਜ਼ਾ ਲਾਉਂਦੇ ਰਹੇ ਅਤੇ ਰੱਬ ਕਹਿੰਦਾ ਇਹ ਤਾਂ ਘਰ ਮੇਰਾ ਹੈ। ਆਪਾਂ ਨੂੰ ਹੋਰ ਤਰ੍ਹਾਂ ਲੱਗੂ ਨਾ, ਹੋਰ ਤਰ੍ਹਾਂ ਲੱਗੇ ਚਾਹੇ ਜਿਸ ਤਰ੍ਹਾਂ ਮਰਜ਼ੀ ਲੱਗੇ, ਇਹ ਘਰ ਤੇ ਰੱਬ ਦਾ ਹੀ ਹੈ। ਜਦੋਂ ਜੀ ਕਰਦਾ ਰਤੀ ਲੈਗਾ ਭੁਚਾਲ ਟਹਿ ਟੇਰੀ ਕਰ ਦੇਗਾ। ਇੱਕ ਵਾਰੀ ਮੈਂ ਭੇੜਪੁਰ ਪਿੰਡ ਗਿਆ ਸੀ, ਇੱਥੇ ਮਗਰ ਅਖੰਡ ਪਾਠ ਚੱਲ ਰਹੇ ਸਨ, 8 ਅਖੰਡ ਪਾਠ ਚੱਲ ਰਹੇ ਨੇ। ਅਚਾਨਕ ਭੁਚਾਲ ਬਹੁਤ ਜ਼ੋਰ ਦੀ ਆ ਗਿਆ। ਮੈਨੂੰ ਲੱਗਿਆ ਵੀ ਲੈ ਬਈ ਪਾਠੀਆਂ ਨੇ ਤਾਂ ਘਬਰਾ ਕੇ ਭੱਜ ਜਾਣਾ ਗੁਰਦੁਆਰੇ 'ਚੋਂ ਵੀ, ਭੁਚਾਲ ਆ ਕੇ ਕਿਤੇ ਗੁਰਦੁਆਰਾ ਡਿੱਗ ਨਾ ਪਵੇ ਹੈ ਵੀ ਦੇਖੋ ਕੀ ਬਣਦਾ। ਜਦੋਂ ਭੁਚਾਲ ਹਟ ਗਿਆ, ਮੈਂ ਆਪਣੀ ਮਿਸਿਜ਼ ਨੂੰ ਟੈਲੀਫੋਨ ਕੀਤਾ ਕਿ ਅਖੰਡ ਪਾਠ ਠੀਕ ਚੱਲਦੇ ਰਹੇ, ਕੋਈ ਪਾਠੀ ਉੱਠਿਆ ਤਾਂ ਨਹੀਂ? ਕਹਿੰਦੇ ਨਹੀਂ, ਸਾਰੇ ਆਪਣੀ ਥਾਂ 'ਤੇ ਬੈਠੇ ਸਨ, ਪਾਠ ਕਰਦੇ ਰਹੇ। ਹਾਂ, ਉਂਝ ਬਿਲਡਿੰਗ ਬਹੁਤ ਸਮਾਂ ਹਿਲਦੀ ਰਹੀ। ਸੋ ਇਸ ਲਈ ਕਈ ਵਾਰੀ ਬੰਦਾ ਘਬਰਾਹਟ 'ਚ ਆ ਜਾਂਦਾ ਹੈ ਕਿ ਪਰਮਾਤਮਾ ਕਹਿੰਦਾ ਦੇਖਦੇ ਹਾਂ ਵੀ ਇਹ ਬੰਦਾ ਕਿੱਥੇ ਕੁ ਖੜ੍ਹਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਅਨੇਕ ਭਾਂਤ ਮਾਇਆ ਕੇ ਹੇਤ। ਇਹ ਮਨੁੱਖ ਜਿਹੜਾ ਹੈ ਅਨੇਕਾਂ ਤਰੀਕਿਆਂ ਨਾਲ ਮਾਇਆ ਨੂੰ ਪਿਆਰ ਕਰਦਾ ਹੈ, ਮਾਇਆ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਨੂੰ ਪਿਆਰ ਕਰਦਾ ਹੈ, ਕਈ ਤਰੀਕਿਆਂ ਨਾਲ ਇਹ ਪਿਆਰ ਕਰਦਾ ਮਾਇਕ ਪਦਾਰਥਾਂ ਨੂੰ। ਸਰ ਪਰ ਹੋਵਤ ਜਾਨ ਅਨੇਤ, ਅਨੇਤ ਹੁੰਦਾ ਨਾਸ਼ਵਾਨ, ਪਰ ਸਰ ਪਰ ਹੁੰਦਾ ਹਰ ਹਾਲਤ ਵਿੱਚ। ਇਹ ਮਾਇਆ ਦੀਆਂ ਬਣੀਆਂ ਹੋਈਆਂ ਚੀਜ਼ਾਂ, ਮਾਇਆ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਨੂੰ ਮਨੁੱਖ ਪਿਆਰ ਕਰਦਾ, ਪਰ ਕਹਿੰਦੇ ਹੇ ਇਨਸਾਨ ਜਾਣ ਲੈ ਇਹ ਹਰ ਹਾਲਤ ਵਿੱਚ ਨਾਸ਼ ਹੋ ਜਾਣੀਆਂ ਹਨ। ਇਹ ਚੀਜ਼ਾਂ ਜਿਹੜੀਆਂ ਨੇ ਸਦਾ ਨਹੀਂ ਰਹਿਣੀਆਂ, ਕਿਉਂਕਿ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਬਸ ਤਿੰਨਾਂ ਨਹੀਂ ਰਹਿਣਾ, ਬਾਕੀ ਸਾਰੇ ਨਾਸਵਾਨ ਨੇ, ਬਾਕੀ ਕਿਸੇ ਨੇ ਨਹੀਂ ਰਹਿਣਾ। ਸਦਾ ਰਹਿਣ ਵਾਲਾ ਪਰਮਾਤਮਾ ਹੈ, ਜਾਂ ਉਹ ਭਗਤ ਨੇ ਜਿਹੜੇ ਪਰਮਾਤਮਾ ਨਾਲ ਇੱਕ ਮਿਕ ਹੋ ਗਏ, ਉਹਦਾ ਰੂਪ ਹੋ ਗਏ, ਜਾਂ ਫਿਰ ਉਹ ਰਹਿਣਗੇ। ਬਿਰਖ ਕੀ ਛਾਇਆ ਸਿਉ ਰੰਗ ਲਾਵੇ। ਬਿਰਖ ਦਰਖਤ ਨੂੰ ਕਹਿੰਦੇ ਨੇ, ਹਿੰਦੀ ਕਹਿੰਦੇ ਬਿਰਕਸ਼, ਉੱਥੇ ਬਣਾਇਆ ਬਿਰਖ ਭਾਵ ਦਰਖਤ। ਛਾਇਆ ਮੈਨੇ ਛਾਂ, ਪਰਛਾਵਾਂ। ਬਿਰਖ ਕੀ ਛਾਇਆ ਸਿਉ ਰੰਗ ਲਾਵੇ। ਜਿਹੜਾ ਦਰਖਤ ਦੀ ਛਾਂ ਨਾਲ ਪਿਆਰ ਪਾ ਲੈਂਦਾ ਨਾ, ਰੰਗ ਪਿਆਰ ਨੂੰ ਕਹਿੰਦੇ। ਜਿਹੜਾ ਦਰਖਤ ਦੀ ਛਾਂ ਨੂੰ ਪਿਆਰ ਕਰਦਾ ਉਹ ਬਿਨਸੈ, ਉਹ ਦਰਖਤ ਦੀ ਛਾਂ ਨੇ ਬਿਨਸ ਜਾਣਾ। ਧਿਆਨ ਦੇਣਾ, ਪਹਿਲਾ ਜਿਹੜਾ ਉਹ ਹੈ ਨਾ, ਹਾਹੇ ਨੂੰ ਔਂਕੜ ਨਹੀਂ ਹੈ, ਕਿਉਂਕਿ ਛਾਇਆ ਜਿਹੜੀ ਛਾਂ ਹੈ ਇਹ ਇਸਤਰੀ ਲਿੰਗ ਹੈ। ਜਦੋਂ ਛਾਂ ਇਸਤਰੀ ਲਿੰਗ ਹੈ ਅਤੇ ਉਹਦੇ ਲਈ ਜਿਹੜਾ ਉਹ ਸ਼ਬਦ ਵਰਤਿਆ ਉਹ ਵੀ ਇਸਤਰੀ ਲਿੰਗ ਹੈ, ਅਤੇ ਜਿਹੜਾ ਇਸਤਰੀ ਲਿੰਗ ਸ਼ਬਦ ਹੁੰਦਾ ਹੈ ਉਹਦੇ ਹਾਹੇ ਨੂੰ ਔਂਕੜ ਨਹੀਂ ਹੁੰਦਾ। ਜੇ ਹਾਹੇ ਨੂੰ ਔਂਕੜ ਹੁੰਦਾ ਤਾਂ ਉਹ ਜਿਹੜਾ ਹੈ ਪੁਲਿੰਗ ਹੋ ਜਾਣਾ ਸੀ। ਉਹ ਬਿਨਸ ਹੈ, ਉਹ ਛਾਂ ਖਤਮ ਹੋ ਜਾਂਦੀ ਹੈ। ਹੁਣ ਉਹ ਇਹਦੇ ਉਹ ਹਾਹੇ ਨੂੰ ਔਂਕੜ ਲੱਗਾ, ਉਹ ਭਾਵ ਉਹ ਬੰਦਾ ਜਿਹੜਾ ਦਰਖਤ ਦੀ ਛਾਂ ਨੂੰ ਪਿਆਰ ਕਰਦਾ, ਉਹ ਮਨ ਪਛਤਾਵਾ, ਉਹ ਮਨ 'ਚ ਪਛਤਾਉਂਦਾ, ਕਿਉਂਕਿ ਉਹਨੇ ਤਾਂ ਛਾਂ ਨਾਲ ਪਿਆਰ ਪਾਇਆ ਸੀ। ਛਾਂ ਸ਼ਾਮ ਨੂੰ ਖਤਮ ਹੋ ਗਈ, ਜੋ ਦਿਨ ਛਿਪ ਜਾਏਗਾ ਛਾਂ ਨੇ ਆਪਣੇ ਆਪ ਖਤਮ ਹੋ ਜਾਣਾ ਹੈ।
ਸੋ ਜਿਹੜਾ ਫਿਰ ਛਾਂ ਨੂੰ ਪਿਆਰ ਕਰੇਗਾ, ਜਦੋਂ ਛਾਂ ਖਤਮ ਹੋ ਜਾਏਗੀ, ਸਪੋਜ਼ ਕਰੋ ਦਰਖਤ ਹੀ ਟੁੱਟ ਗਿਆ ਹੈ, ਹਨੇਰੀ ਆਈ, ਦਰਖਤ ਟੁੱਟ ਗਿਆ, ਛਾਂ ਹੀ ਖਤਮ ਹੋ ਗਈ ਹੈ, ਉਹ ਤਾਂ ਬਿਨਸ ਗਈ ਅਤੇ ਉਹਦਾ ਮਨ ਪਛਤਾਉਂਦਾ ਰਹਿੰਦਾ ਹੈ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਗੁਰੂ ਮਹਾਰਾਜ ਕਹਿੰਦੇ ਪਿਆਰ ਨਹੀਂ ਕਰੀਦਾ। ਪਿਆਰ ਤਾਂ ਉਹਨਾਂ ਚੀਜ਼ਾਂ ਨੂੰ ਕਰੀਦੀ ਜਿਹੜੀ ਸਦਾ ਰਹਿੰਦੀਆਂ ਨੇ, ਅਤੇ ਸਦਾ ਤਾਂ ਫਿਰ ਪਰਮਾਤਮਾ ਨਹੀਂ ਰਹਿਣਾ। ਇਹ ਮਨੁੱਖ ਦੀ ਫਿਤਰਤ ਹੈ, ਮਨੁੱਖ ਦਾ ਸੁਭਾਅ ਹੈ ਕਿ ਉਹ ਦਾਤਾ ਨੂੰ ਪਿਆਰ ਕਰਦਾ, ਦਾਤੇ ਨੂੰ ਨਹੀਂ ਕਰਦਾ। ਇਹੀ ਸਾਡੀ ਅਗਿਆਨਤਾ ਹੈ। ਅਸੀਂ ਦਾਤੇ ਨਾਲੋਂ ਦਾਤਾ ਨੂੰ ਵੱਡੀਆਂ ਸਮਝ ਲੈਂਦੇ ਹਾਂ। ਠੀਕ ਹੈ, ਦਾਤਾ ਨੂੰ ਪਿਆਰ ਕਰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਸਾਰਾ ਕੁਝ ਸਾਨੂੰ ਦਿੱਤਾ, ਸਭ ਦਾਤੇ ਦਿੱਤਾ ਹੋਇਆ। ਦਾਤਾ ਨੂੰ ਪਿਆਰ ਕਰਨਾ, ਪਰ ਦਾਤਾ ਨੂੰ ਪਿਆਰ ਕਰਦੇ ਕਰਦੇ ਦਾਤੇ ਨੂੰ ਨਹੀਂ ਭੁੱਲ ਜਾਣਾ। ਦਾਤੇ ਨੂੰ ਹਮੇਸ਼ਾ ਯਾਦ ਰੱਖਣਾ ਕਿ ਸਾਰੀਆਂ ਦਾਤਾਂ ਉਸ ਦੀਆਂ ਦਿੱਤੀਆਂ ਹੋਈਆਂ ਹਨ, ਕਿਉਂਕਿ ਸਾਨੂੰ ਹੋਰ ਦਾਤਾਂ ਦੀ ਲੋੜ ਪੈਣੀ ਹੈ, ਫਿਰ ਅਸੀਂ ਦਾਤੇ ਤੋਂ ਮੰਗਣਾ। ਉਹ ਕਹਿੰਦਾ ਪਹਿਲਿਆਂ ਦਾ ਤੂੰ ਧੰਨਵਾਦ ਨਹੀਂ ਕੀਤਾ। ਮੰਨ ਲਓ ਕਿਸੇ ਨੇ ਮੇਰੀ ਸਹਾਇਤਾ ਕਰਤੀ ਹੈ, ਉਦੋਂ ਬਾਅਦ ਮੇਰਾ ਫਰਜ਼ ਬਣਦਾ ਉਹਦੇ ਮੈਂ ਧੰਨਵਾਦ ਕਰਾਂ, ਚਾਹੇ ਫੋਨ ਕਰਕੇ ਕਰਾਂ, ਚਾਹੇ ਉਹਦੇ ਘਰ ਜਾ ਕੇ ਕਰਾਂ। ਜੋ ਸਾਡਾ ਭਲਾ ਕਰਦਾ, ਸਾਨੂੰ ਕੋਈ ਚੀਜ਼ ਦਿੰਦਾ, ਸਾਡਾ ਫਰਜ਼ ਬਣਦਾ ਧੰਨਵਾਦ ਕਰਨਾ। ਇਸ ਲਈ ਗੁਰੂ ਮਹਾਰਾਜ ਵੀ ਕਹਿੰਦੇ ਨੇ ਕਿ ਭਾਈ ਇਹ ਤਾਂ ਬਿਨਸ ਜਾਣ ਵਾਲੀਆਂ ਚੀਜ਼ਾਂ ਨੇ, ਅਤੇ ਜਦੋਂ ਇਹ ਬਿਨਸ ਜਾਣਗੀਆਂ ਫਿਰ ਮਨ 'ਚ ਪਛਤਾਵਾ ਹੋਏਗਾ। ਇਸ ਲਈ ਜਿਹੜਾ ਪਰਮਾਤਮਾ ਹੈ ਉਹਨੇ ਸਦਾ ਰਹਿਣਾ ਹੈ। ਉਹਦੀਆਂ ਦਾਤਾਂ ਨਾਲੋਂ ਦਾਤੇ ਨੂੰ ਪਿਆਰ ਕਰਨਾ ਚਾਹੀਦਾ ਹੈ। ਦਾਤਾਂ ਸਦਾ ਨਹੀਂ ਰਹਿਣੀਆਂ। ਹਰ ਇੱਕ ਚੀਜ਼ ਦੀ ਉਮਰ ਹੁੰਦੀ ਹੈ, ਹਰ ਇੱਕ ਚੀਜ਼ ਦੀ ਉਮਰ ਹੁੰਦੀ ਹੈ। ਉਹ ਉਮਰ 'ਤੇ ਆ ਕੇ ਉਸ ਦਾਤ ਨੇ ਖਤਮ ਹੋ ਜਾਣਾ ਹੁੰਦਾ ਹੈ। ਦਾਤ ਨੇ ਸਰ ਪਰ ਖਤਮ ਹੋ ਜਾਣਾ ਹੈ, ਉਹ ਦਾਤੇ ਨੇ ਸਦਾ ਰਹਿਣਾ ਹੈ। ਇਸ ਲਈ ਦਾਤੇ ਨੂੰ ਯਾਦ ਰੱਖੀਦਾ। ਜੋ ਦੀਸੈ ਸੋ ਚਾਲਣ ਹਾਰ। ਗੁਰੂ ਮਹਾਰਾਜ ਜੋ ਵੀ ਇਹਨਾਂ ਅੱਖਾਂ ਨਾਲ ਵਿਖਾਈ ਦੇ ਰਹੇ ਨੇ, ਇਹ ਸਭ ਚੱਲਣ ਹਾਰ। ਇਹ ਤੋਂ ਇੱਕ ਦਿਨ ਚਲੇ ਜਾਣਾ, ਇਹਨਾਂ ਚੀਜ਼ਾਂ ਨੇ ਨਾਸ਼ ਹੋ ਜਾਣਾ, ਇਹਨਾਂ ਨੇ ਸਦਾ ਨਹੀਂ ਰਹਿਣਾ। ਜੋ ਦਿਖਾਈ ਦੇ ਰਹੇ ਨੇ ਅੱਖਾਂ ਨਾਲ, ਉਹ ਚਲਾਇਮਾਨ ਹੈ, ਉਹਨੇ ਸਦਾ ਨਹੀਂ ਰਹਿਣਾ। ਲਪਟ ਰਹੋ ਤਹ ਅੰਧ ਅੰਧਾਰ ਤਹ ਉਹਨਾਂ ਨਾਲ। ਜਿਹੜਾ ਅੰਧ ਅੰਧਾਰ ਹੈ, ਮਹਾਂ ਅਗਿਆਨੀ ਹੈ। ਅੰਧ ਅੰਨ, ਅੰਧਾਰ ਅਗਿਆਨੀ। ਜਿਹੜਾ ਮਹਾਂ ਅਗਿਆਨੀ ਹੈ ਨਾ, ਉਹ ਜੋ ਦਿਖਾਈ ਦੇ ਰਿਹਾ ਇਹਦੇ ਨਾਲ ਹੀ ਚੰਬੜਿਆ ਹੋਇਆ। ਲਪਟ ਹੈ, ਲਿਪਟਣਾ। ਜਿਵੇਂ ਛੋਟਾ ਬੱਚਾ ਹੈ, ਮਾਂ ਦੀ ਲੱਤਾਂ ਨੂੰ ਆ ਕੇ ਜੱਫਾ ਪਾ ਲੈਂਦਾ, ਮਾਂ ਦੀ ਲੱਤਾਂ ਨਾਲ ਲਿਪਟ ਜਾਂਦਾ, ਉਹ ਲਪਟ ਰਹੋ। ਅਗਿਆਨੀ ਬੰਦਾ ਜਿਹੜਾ ਹੈ, ਇਹ ਜੋ ਚੀਜ਼ਾਂ ਦਿਸ ਰਹੀਆਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹੈ। ਬਟਾਊ ਸਿਉ ਜੋ ਲਾਵੈ ਨੇ। ਨੇ ਦੇ ਤਿੰਨ ਰੂਪ ਗੁਰਬਾਣੀ 'ਚ ਆਉਂਦੇ ਨੇ। ਇੱਕ ਹੈ ਨੇ, ਇੱਕ ਹੈ ਸਨੇਹ, ਇੱਕ ਹੈ ਸਨੇਹ। ਸਨੇਹ ਜਿਹੜਾ ਹੈ ਹਿੰਦੀ ਦਾ ਸ਼ਬਦ ਹੈ, ਅੱਧਾ ਸੱਸਾ ਨੰਨੇ ਲਾਂ ਹਾ ਸਨੇਹ। ਜੋ ਵੀ ਅੱਧੇ ਸੱਸੇ ਨਾਲ ਸ਼ਬਦ ਸ਼ੁਰੂ ਹੁੰਦਾ ਹੈ, ਗੁਰਬਾਣੀ ਜਦੋਂ ਆਉਂਦਾ ਉਹਦੇ ਅੱਗੇ ਆੜਾ ਲੱਗਦਾ ਅਸਨੇਹ। ਅਸਨੇਹ ਦਾ ਮਤਲਬ ਵੀ ਸਨੇਹ ਹੀ ਹੈ, ਅਤੇ ਸਨੇਹ ਦਾ ਛੋਟਾ ਰੂਪ ਹੈ ਨੇ। ਸਨੇਹ ਦਾ ਵੱਡਾ ਰੂਪ ਹੈ ਅਸਨੇਹ, ਸਨੇਹ ਦਾ ਛੋਟਾ ਰੂਪ ਹੈ ਨੇ। ਅਤੇ ਨੇ, ਸਨੇਹ, ਅਸਨੇਹ ਤਿੰਨਾਂ ਦਾ ਮੀਨਿੰਗ ਹੈ ਪਿਆਰ। ਬਟਾਊ ਹੁੰਦਾ ਰਾਹੀ, ਵਾਟ ਹੁੰਦਾ ਰਸਤਾ, ਰਸਤੇ 'ਤੇ ਜਾਣ ਵਾਲਾ ਰਾਹੀ ਹੋ ਗਿਆ। ਬਟਾਊ ਸਿਉ ਜੋ ਲਾਵੈ ਨੇ। ਜਿਹੜਾ ਮੁਸਾਫਰ ਨਾਲ ਪਿਆਰ ਪਾਵੇਗਾ, ਤਾਂ ਕੋ ਹਾਥ ਨਾ ਆਵੈ ਕਿ ਤਾਂ ਕੋ ਉਸ ਨੂੰ। ਤਾਂ ਕੋ ਹਾਥ ਨਾ ਆਵੈ ਕਿ ਮੇਰੇ ਕੁਝ ਵੀ ਉਹਦੇ ਹੱਥ ਨਹੀਂ ਆਉਣਾ, ਕਿਉਂਕਿ ਮੁਸਾਫਰ ਨੇ ਤਾਂ ਸਵੇਰੇ ਚਲੇ ਜਾਣਾ ਉੱਠ ਕੇ। ਉਹਦੇ ਨਾਲ ਐਵੇਂ ਹੀ ਪਿਆਰ ਪਾਈ ਰੱਖਿਆ ਹੈ, ਉਹਦੇ ਚਲਿਆ ਗਿਆ ਹੈ, ਉੱਥੇ ਕੁਛ ਮਿਲਣਾ ਨਹੀਂ ਹੈ। ਐਂ ਹੀ ਇਹ ਸੰਸਾਰ ਦੀ ਹਰ ਇੱਕ ਚੀਜ਼ ਬਟਾਊ ਹੈ। ਇਸ ਲਈ ਸੰਸਾਰਕ ਚੀਜ਼ਾਂ ਨਾਲ ਮੋਹ ਨਹੀਂ ਕਰੀਦਾ ਹੁੰਦਾ। ਇਹਨਾਂ ਨੂੰ ਵਰਤਣਾ ਅਸੀਂ। ਇਹ ਚੀਜ਼ਾਂ ਜਿਹੜੀਆਂ ਪਰਮਾਤਮਾ ਨੇ ਵਰਤਣ ਲਈ ਦਿੱਤੀਆਂ, ਇਹਨਾਂ ਨੂੰ ਮੋਹ ਕਰਨ ਲਈ ਨਹੀਂ ਦਿੱਤੀਆਂ। ਜੇ ਇਹਨਾਂ ਨੂੰ ਮੋਹ ਕਰਾਂਗੇ ਤਾਂ ਜਦੋਂ ਚੀਜ਼ ਗੁਆਚ ਗਈ,
ਜਾਂ ਉਹ ਚੀਜ਼ ਟੁੱਟ ਗਈ ਫਿਰ ਸਾਨੂੰ ਦੁੱਖ ਹੋਵੇਗਾ, ਕਿਉਂਕਿ ਸਾਡਾ ਮੋਹ ਹੈ। ਜਿੰਨਾ ਜ਼ਿਆਦਾ ਮੋਹ ਓਨਾ ਜ਼ਿਆਦਾ ਦੁੱਖ। ਇਹ ਖਿਆਲ ਰੱਖਣਾ। ਮੈਂ ਦੇਖਿਆ ਭਜਨ ਬੰਦਗੀ ਸਭ ਤੋਂ ਵੱਡੀ ਰੁਕਾਵਟ ਹੈ ਹੀ ਮੋਹ। ਅਤੇ ਮੋਹ 3 ਪ੍ਰਕਾਰ ਦਾ ਹੁੰਦਾ: ਸਰੀਰਾਂ ਦਾ ਮੋਹ, ਚੀਜ਼ਾਂ ਦਾ ਮੋਹ, ਮਾਇਆ ਦਾ ਮੋਹ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਜਾਂ ਸਿਮਰਨ ਕਰਦੇ ਹੋ, ਯਾਦ ਰੱਖਿਓ ਤੁਹਾਡਾ ਮਨ ਇੱਧਰ ਉੱਧਰ ਨੂੰ ਜਾਂਦਾ। ਜਾਂ ਤਾਂ ਕੋਈ ਸਰੀਰ ਦੇ ਮਗਰ ਤੁਰਿਆ ਜਾ ਰਿਹਾ, ਜਾਂ ਕਿਸੇ ਚੀਜ਼ ਦੇ ਮਗਰ ਤੁਰਿਆ ਜਾ ਰਿਹਾ, ਜਾਂ ਮਾਇਆ ਵੱਲ ਖਿਆਲ ਹੈ। ਸਾਡਾ ਮਨ ਇਹਨਾਂ 3 ਚੀਜ਼ਾਂ ਵੱਲ ਭਟਕਦਾ, ਕਿਉਂਕਿ ਇਹਨਾਂ ਨਾਲ ਸਾਡਾ ਮੋਹ ਹੈ। ਮਾਇਆ ਵੱਲ, ਕਿਸੇ ਸਰੀਰ ਵੱਲ, ਕਿਸੇ ਚੀਜ਼ ਵੱਲ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿੰਨਾ ਜ਼ਿਆਦਾ ਮੋਹ ਹੋਏਗਾ, ਜਦੋਂ ਉਹ ਚੀਜ਼ ਵਿਰਸ ਜਾਏਗੀ ਸਾਨੂੰ ਓਨਾ ਹੀ ਵੱਡਾ ਦੁੱਖ ਹੋਵੇਗਾ। ਹੁਣ ਕੀਤਾ ਕੀ ਜਾਏ। ਮੈਂ ਕੋਈ ਸੰਤ ਸੀਤਲ ਸਿੰਘ ਜੀ ਮਹਾਰਾਜ ਜਿਉਂਦੇ ਸਨ ਉਦੋਂ, ਮੈਂ ਬਾਬਾ ਜੀ ਇਹ ਮੋਹ ਕਿਵੇਂ ਖਤਮ ਹੋ ਸਕਦਾ ਹੈ। ਉਹ ਕਹਿੰਦੇ ਵੀ 9ਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਨਾ, ਗੁਣ ਗੋਬਿੰਦ ਗਾਇਓ ਨਹੀਂ, ਇਹ 57 ਸ਼ਲੋਕ ਨੇ। ਇਹ ਹਰ ਰੋਜ਼ 21 ਵਾਰ ਪੜ੍ਹਦੇ ਨੇ ਅਤੇ 21 ਦਿਨ ਪੜ੍ਹਦੇ ਨੇ। ਹਰ ਰੋਜ਼ 21 ਵਾਰ ਪੜ੍ਹਦੇ ਨੇ ਅਤੇ 21 ਦਿਨ ਪੜ੍ਹਦੇ ਨੇ। ਤੁਹਾਡਾ ਬਹੁਤ ਸਾਰਾ ਮੋਹ ਟੁੱਟ ਜਾਏਗਾ। ਅਤੇ ਮੈਂ ਦੇਖਿਆ ਬਹੁਤ ਸਾਰਾ ਮੋਹ ਖਤਮ ਹੋ ਗਿਆ। ਅਗਰ ਮੈਂ ਉੱਥੇ ਜਾਰੀ ਰੱਖਦਾ, ਉਹ ਕਹਿੰਦੇ ਸਾਰਾ ਵੀ ਨਹੀਂ ਖਤਮ ਕਰਨਾ, ਫਿਰ ਜ਼ਿੰਦਗੀ ਜਿਉਣ ਦਾ ਆਨੰਦ ਹੀ ਨਹੀਂ ਰਹਿ ਜਾਏਗਾ। ਜਦੋਂ ਮੋਹ ਟੁੱਟਦਾ ਬੰਦਾ ਵੈਰਾਗੀ ਹੋ ਜਾਂਦਾ। ਜਿਨ੍ਹਾਂ ਦਾ ਵੀ ਹੁਣ ਰਾਜਾ ਭਰਥਰੀ ਸੀ, ਮੋਹ ਟੁੱਟ ਗਿਆ। ਰਾਜ ਭਾਗ ਤੋਂ ਮੋਹ ਟੁੱਟ ਗਿਆ ਹੈ। ਮੋਹ ਟੁੱਟ ਗਿਆ, ਉਹ ਕਹਿੰਦਾ ਦਫਾ ਕਰੋ ਰਾਜ ਭਾਗ ਨੂੰ, ਇਹ ਸੰਸਾਰ ਨੂੰ, ਚਲੋ ਜੰਗਲਾਂ ਨੂੰ। ਕਹਿੰਦਾ ਜੇ ਕਿਤੇ ਤੇਰਾ ਸਾਰਾ ਮੋਹ ਟੁੱਟ ਗਿਆ ਨਾ, ਕਿਤੇ ਘਰ ਵਾਲੀ ਛੱਡ ਕੇ ਨਾ ਚਲਾ ਜਾਏ ਬਾਹਰ, ਇਸ ਤੋਂ ਕੀ ਲੈਣਾ ਮੈਂ। ਨਹੀਂ, ਇਸ ਲਈ ਬਸ ਇਹ ਨਹੀਂ ਕਰਨਾ, ਚਲੀਹਾ ਨਹੀਂ ਕਰਨਾ। ਕਹਿੰਦੇ ਥੋੜ੍ਹਾ ਬਹੁਤਾ ਜ਼ਰੂਰ ਚਾਹੀਦਾ ਹੈ, ਨਹੀਂ ਤਾਂ ਤੂੰ ਤਾਂ ਵੈਰਾਗੀ ਉੱਦਾਂ ਹੀ ਹੋ ਜਾਏਗਾ। ਘਰ ਬਾਰ ਹੀ ਛੱਡ ਕੇ ਚੱਲਦੇ ਤਾਂ ਕੋਈ ਚੰਗਾ ਹੀ ਨਹੀਂ ਲੱਗਣਾ ਘਰ ਦੀ, ਨਾ ਕਿਸੇ ਚੀਜ਼ ਤੈਨੂੰ ਕੋਈ ਚੰਗੀ ਲੱਗਣੀ, ਨਾ ਕੋਈ ਜੀ ਚੰਗਾ ਲੱਗਣਾ ਹੈ। ਇਸ ਲਈ ਹਰ ਇੱਕ ਚੀਜ਼ ਦਾ ਹੱਲ ਹੈ। ਪਰ ਮੈਂ ਦੇਖਿਆ ਮੋਹ ਜਿਹੜਾ ਹੈ ਇਹ ਸਭ ਤੋਂ ਵੱਧ ਰੁਕਾਵਟ ਪਾਉਂਦਾ ਭਜਨ ਬੰਦਗੀ 'ਚ। ਅਤੇ ਨਾਮ ਜਪ ਜਪ ਕੇ ਹੀ ਮੋਹ ਕੱਟਦਾ ਹੈ। ਮੋਹ ਮਨ ਨੂੰ ਸਮਝਾਉਣ ਨਾਲ ਨਹੀਂ ਘਟਿਆ ਕਰਦਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਹੌਲੀ ਹੌਲੀ ਮੋਹ ਘਟਦਾ ਜਾਵੇਗਾ। ਅਤੇ ਸਾਡਾ ਜਿਹੜਾ ਧਿਆਨ ਪਹਿਲਾਂ ਜ਼ਿਆਦਾ ਬਿਖਰਦਾ ਹੈ, ਇਹ ਹੌਲੀ ਹੌਲੀ ਇੱਕ ਥਾਂ 'ਤੇ ਟਿਕਣਾ ਸ਼ੁਰੂ ਹੋ ਜਾਵੇਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਰਾਹੀ ਨਾਲ ਪਿਆਰ ਪਾਉਂਦਾ ਹੈ ਉਹਦੇ ਹੱਥ ਕੁਝ ਨਹੀਂ ਆਉਂਦਾ, ਸਗੋਂ ਅਫਸੋਸ ਹੁੰਦਾ ਕਿ ਰਾਹੀ 'ਤੇ ਚਲਿਆ ਗਿਆ ਹੈ। ਹੁਣ ਫਿਰ ਪਿਆਰ ਕਰਨਾ ਕਿਹਨੂੰ ਹੈ। ਸਾਰੀਆਂ ਚੀਜ਼ਾਂ 'ਤੇ ਨਾਸ਼ਵਾਨ ਨੇ। ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹੇ ਮਨ, ਹਰੀ ਦੇ ਨਾਮ ਦੀ ਜਿਹੜੀ ਪ੍ਰੀਤ ਹੈ ਨਾ, ਇਹੀ ਸੁੱਖ ਦਿੰਦੀ ਹੈ। ਸੁਖ ਨਾਹੀ ਰੇ ਹਰ ਭਗਤ ਬਿਨਾ, ਕਹਿੰਦੇ ਪੰਜੇ ਪਾਤਸ਼ਾਹ। ਸੋ ਮਨ ਨੂੰ ਸਮਝਾਇਆ ਮਨ, ਜਦੋਂ ਪਹਿਲਾਂ ਮਨ, ਇਹਦਾ ਮਤਲਬ ਹੇ ਮਨ, ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹਰੀ ਦੇ ਨਾਮ ਨੂੰ ਪਿਆਰ ਕਰੋ, ਤੁਹਾਨੂੰ ਸੁੱਖ ਮਿਲੇਗਾ। ਨਾਮ ਜਪੋ ਤਾਂ ਹੀ ਸੁੱਖ ਮਿਲੇਗਾ। ਜਦੋਂ ਨਿਰਣੈ ਕਰਤਾ ਪੰਜੇ ਪਾਏ, ਸੁੱਖ ਨਾਹੀ ਰੇ ਹਰ ਭਗਤ ਬਿਨਾ। ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਹੀ ਨਹੀਂ। ਪਹਿਲਾ ਬੰਦਾ ਸੋਚਦਾ ਮੇਰੇ ਕੋਲ ਮਾਇਆ ਬਹੁਤ ਹੋ ਜਾਏ, ਮੈਂ ਸੁਖੀ ਹੋ ਜਾਵਾਂਗਾ। ਸੁਖੀ ਹੋ ਗਿਆ ਪਰ ਪੁੱਤਰ ਹੀ ਨਹੀਂ ਹੋਇਆ। ਮਾਇਆ ਹੋ ਗਈ ਹੈ, ਪੁੱਤਰ ਨਹੀਂ ਹੈਗਾ, ਫਿਰ ਦੁਖੀ ਹੈ। ਮੈਂ ਦੇਖਿਆ ਬੰਦਾ ਦੁਖੀ ਹੋਈ ਰਹਿੰਦਾ ਹੈ। ਇੱਕ ਚੀਜ਼ ਮਿਲ ਜਾਂਦੀ ਹੈ, ਉਹ ਦੂਜੀ ਨਹੀਂ ਮਿਲਦੀ, ਇਹ ਫਿਰ ਵੀ ਦੁਖੀ ਹੈ। ਇਸ ਲਈ ਪਰਮਾਤਮਾ ਦਾ ਨਾਮ ਹੀ ਜੀਵ ਨੂੰ ਸੁੱਖ ਦਿੰਦਾ ਹੈ। ਦੇਖੋ ਹਰ ਇੱਕ ਬੰਦਾ ਸੁੱਖ ਚਾਹੁੰਦਾ, ਤੁਸੀਂ ਵੀ ਮੈਂ ਵੀ। ਕੋਈ ਸੰਸਾਰ 'ਚ ਐਸਾ ਬੰਦਾ ਨਹੀਂ ਜਿਹੜਾ ਦੁੱਖ ਚਾਹੁੰਦਾ ਹੋਵੇ। ਸਾਰੇ ਸੁੱਖ ਚਾਹੁੰਦੇ, ਸਾਰੇ ਸੁੱਖ ਚਾਹੁੰਦੇ ਨੇ, ਪਰ ਉਹਨੂੰ ਪਤਾ ਹੀ ਨਹੀਂ ਕਿ ਅਸੀਂ ਸੁਖੀ ਹੋ ਕਿਵੇਂ ਸਕਦੇ ਹਾਂ।
ਸੁਖੀ ਸਾਰੇ ਹੋਣਾ ਚਾਹੁੰਦੇ ਨੇ, ਆਪਣੀ ਆਪਣੀ ਸੋਚ ਅਨੁਸਾਰ ਹੋਣਾ ਚਾਹੁੰਦੇ ਨੇ। ਆਪਣੀ ਆਪਣੀ ਸੋਚ ਅਨੁਸਾਰ ਅਸੀਂ ਸੁਖੀ ਨਹੀਂ ਹੋ ਸਕਦੇ। ਸੁਖੀ ਹੋ ਸਕਦੇ ਆ ਨਾਮ ਜਪ ਕੇ, ਅਤੇ ਨਾਮ ਜਪਣ ਨੂੰ ਕੋਈ ਤਿਆਰ ਨਹੀਂ ਹੈਗਾ। ਮੇਰੇ ਕੋਲ ਬਾਬਾ ਜੀ ਮੈਂ ਅਮਰੀਕਾ ਚਲੇ ਜਾ, ਮੈਂ ਬਾਣੀ ਪੜ੍ਹ, ਅਤੇ ਮੁੰਡਾ ਮਾਲ ਵੇਖਦਾ, ਬੇਬੇ ਤੂੰ ਬਾਣੀ ਪੜ੍ਹਦੀ, ਭਈ ਭਲਿਆ ਮਾਨਸਾ ਜਾਣਾ ਤੂੰ ਅਮਰੀਕਾ ਹੈ ਅਤੇ ਪਾਠ ਤੇਰੀ ਮਾਂ ਕਰੇ, ਵੀ ਤੇਰੀਆਂ ਕੋਈ ਲੱਤਾਂ ਬਾਹਾਂ ਟੁੱਟੀਆਂ ਨੇ। ਮੈਂ ਕਈ ਵਾਰੀ ਪੈ ਜਾਣਾ ਉਹਨੂੰ, ਮੈਂ ਕਿਉਂ, ਤੇਰੀਆਂ ਕੋਈ ਲੱਤਾਂ ਬਾਹਾਂ ਟੁੱਟੀਆਂ, ਕੀ ਤੈਨੂੰ ਆਪ ਨਹੀਂ ਆਉਂਦਾ ਹੈਗਾ? ਚਲੋ ਜੀ ਫਿਰ ਮੈਂ ਕਰ ਲਾਂਗਾ, ਪਰ ਕਰਦੀ ਫਿਰ ਵੀ ਮਾਂ ਹੀ ਹੈ, ਆਪ ਨਹੀਂ ਕਰਦਾ। ਇਹ ਬਾਣੀ ਪੜ੍ਹਨਾ, ਨਾਮ ਜਪਣਾ ਲੋਕਾਂ ਨੂੰ ਬੜਾ ਹੀ ਔਖਾ ਲੱਗਦਾ। ਹੋਰ ਜੋ ਮਰਜ਼ੀ ਹੈ ਨਾ ਤੋਂ ਕਰਵਾ ਲਓ, ਸਭ ਕੁਛ ਕਰਨ ਨੂੰ ਤਿਆਰ ਨੇ, ਪਰ ਇਹ ਨਾਮ ਜਪਣ ਅਤੇ ਬਾਣੀ ਪੜ੍ਹਨ ਲਈ ਤਿਆਰ ਨਹੀਂ ਹੁੰਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਇਹ ਤਾਂ ਨਾਮ ਦਾ ਜਿਹੜਾ ਪਿਆਰ ਹੈ ਉਹੀ ਸੁੱਖ ਦੇਣ ਵਾਲਾ ਹੈ। ਸੁਖੀ ਸਾਰੇ ਹੋਣਾ ਚਾਹੁੰਦੇ ਹਾਂ, ਪਰ ਨਾਮ 15 ਮਿੰਟ ਬਾਅਦ ਕੋਈ ਜਪਦਾ, ਫਿਰ ਵਾਸੀ ਆਉਂਦੀਆਂ ਜੀ, ਫਿਰ ਨੀਂਦ ਆਉਂਦੀ ਹੈ। ਕਿਉਂ ਆਉਂਦੀ ਹੈ? ਰੁਚੀ ਨਹੀਂ ਹੈ। ਕਈ ਵਾਰੀ ਕੰਮ 'ਚ ਰੁਚੀ ਨਹੀਂ ਹੁੰਦੀ, ਲੋੜ ਅਨੁਸਾਰ ਸਾਨੂੰ ਰੁਚੀ ਬਣਾਉਣੀ ਪੈਂਦੀ ਹੈ। ਲੋੜ ਅਨੁਸਾਰ ਸਾਨੂੰ ਰੁਚੀ ਬਣਾਉਣੀ ਪੈਂਦੀ ਹੈ। ਕਿੰਨਾ ਸਮਾਂ ਮੇਰਾ ਮੋਬਾਈਲ ਤੋਂ ਬਿਨਾਂ ਸਰ ਗਿਆ, ਫਿਰ ਮੈਂ ਦੇਖੇ ਤੇ ਬਿਨਾਂ ਨਹੀਂ ਸਰਦਾ। ਫਿਰ ਮੈਂ ਆਖਿਆ ਵੀ ਹਾਂ ਹੁਣ ਕਾਲ ਕਰਨਾ ਅਤੇ ਕਾਲ ਸੁਣਨਾ, ਘੱਟ ਤੋਂ ਘੱਟ 2 ਕੰਮ ਤਾਂ ਮੈਨੂੰ ਆਉਣੇ ਚਾਹੀਦੇ ਨਾ। ਫਿਰ ਮੈਂ ਬੱਚਿਆਂ ਤੋਂ ਸਿੱਖਿਆ, ਰੁਚੀ ਬਣਾਉਣੀ ਪੈਂਦੀ ਹੈ, ਸਿੱਖਿਆ। ਫਿਰ ਵਟਸਐਪ, ਇਹ ਸਿਰਫ ਨਾਮ ਮੈਂ ਸੁਣਿਆ ਸੀ, ਮੈਨੂੰ ਕੋਈ ਪਤਾ ਨਹੀਂ ਕੀ ਬਲਾ ਹੈ। ਜਦੋਂ ਹੁਣ ਕਥਾ ਇਹਦਾ ਪ੍ਰਸਾਰਣ ਹੋ ਰਿਹਾ ਦੂਰ ਦੂਰ ਤੱਕ, ਫਿਰ ਬੱਚਿਆਂ ਨੇ ਮੈਨੂੰ ਦੱਸਿਆ ਜੀ ਇਹਨੂੰ ਵਟਸਐਪ ਕਹਿੰਦੇ ਨੇ। ਨਹੀਂ ਤਾਂ ਨਾ ਮੈਨੂੰ ATM ਦਾ ਪਤਾ, ਨਾ ਮੈਂ ਸੁਣਿਆ। ATM ਕਾਰਡ ਮੇਰੇ ਕੋਲ ਹੈ ਨਹੀਂ। ਮੈਂ ਬੈਂਕ ਜਦ ਲੋਕਡਾਊਨ ਸੀ ਬੈਂਕ 'ਚ ਲੈ ਗਿਆ, ਉਹ ਕਹਿੰਦੇ ਬਾਬਾ ਜੀ ਅੰਦਰ ਨਾ ਆਓ, ATM 'ਚ ਪੈਸੇ ਕਢਾਓ, ਅਤੇ ਮੇਰੇ ਕੋਲ ਤਾਂ ਕਾਰਡ ਹੀ ਕੋਈ ਨਹੀਂ ਸੀ, ਪੈਸੇ ਮੈਂ ਕੀ ਕਢਾਉਂਦਾ, ਪੈਸੇ ਕੀ ਕਢਾਉਂਦਾ। ਜਦੋਂ ਫਿਰ ਮਜਬੂਰੀ ਹੋਵੇਗੀ, ਕੁਝ ਪੈਸਾ ਮਿਲਣਾ ਹੀ ਨਹੀਂ, ATM ਰਾਹੀਂ ਮਿਲਣਾ, ਆਪਣੀ ਲੋੜ ਨੂੰ ਕਰਾਂਗਾ ਮੈਂ। ਕਈ ਵਾਰੀ ਲੋੜ ਪੈਣ ਕਾਰਨ ਵੀ ਸਾਨੂੰ ਆਪਣੀ ਰੁਚੀ ਬਣਾਉਣੀ ਪੈਂਦੀ ਹੈ। ਜਦੋਂ ਸਾਨੂੰ ਪਤਾ ਨਾਮ ਤੋਂ ਬਿਨਾਂ ਸਰਨਾ ਹੀ ਨਹੀਂ ਹੈਗਾ, ਵੀ ਨਾਮ ਤੋਂ ਬਿਨਾਂ ਸੁੱਖ ਮਿਲਣਾ ਹੀ ਨਹੀਂ, ਅਤੇ ਅਸੀਂ ਸੁੱਖ ਚਾਹੁੰਦੇ ਹਾਂ, ਤਾਂ ਫਿਰ ਤਾਂ ਜਪਣਾ ਪੈਣਾ। ਜਦੋਂ ਜਪੀ ਜਾਵਾਂਗੇ ਫਿਰ ਸੁੱਖ ਮਿਲਣ ਲੱਗ ਜਾਏਗਾ। ਜਦੋਂ ਸੁੱਖ ਮਿਲਣਾ, ਜੇ ਸਾਨੂੰ ਵਿਸ਼ਵਾਸ ਹੋ ਜਾਏਗਾ ਵੀ ਹਾਂ ਬਾਣੀ ਪੜ੍ਹਨ ਨਾਲ, ਨਾਮ ਜਪਣ ਨਾਲ ਸੁੱਖ ਮਿਲਦਾ ਹੈ। ਐਵੇਂ ਤਾਂ ਨਹੀਂ ਸੰਗਤ ਨੂੰ ਲਾਇਆ ਮੈਂ। ਜਦੋਂ ਲੋਕਡਾਊਨ ਹੋਇਆ, ਸਾਰੀ ਮੈਨੂੰ ਸੀ ਵੀ ਕਿਤੇ ਇਹਨਾਂ TV ਵੇਖਦੇ ਵੇ ਪਾਗਲ ਹੀ ਨਾ ਹੋ ਜਾਣ, ਉਹਨਾਂ ਦਾ ਕਰੋਨਾ 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 ਕਰੀ ਜਾਣਾ। ਅਤੇ ਮੈਂ ਉਹਨੂੰ ਹੱਸਿਆ ਕਰਦਾ ਸੀ, ਜੇ ਆਪਾਂ ਵਾਹਿਗੁਰੂ 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 ਕਰਦੇ ਰਹੀਏ ਨਾ, ਅਤੇ ਫਿਰ ਵਾਹਿਗੁਰੂ ਆ ਜਾਂਦਾ। ਅਤੇ ਜੇ ਤੁਸੀਂ ਕਰੋਨਾ 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 ਕਰਦੇ ਆ ਗਏ ਨਾ, ਕਿਤੇ ਕਰੋਨਾ ਆ ਹੀ ਨਾ ਜਾਵੇ, ਸਰਦਾਰ ਜੀ ਬੀਬੀ ਤੁਸੀਂ ਮੈਨੂੰ ਯਾਦ ਕਰਦੇ ਸੀ, ਮੈਂ ਆ ਗਿਆ। ਇਹਨੂੰ ਯਾਦ ਯੁੱਧ ਕੋਈ ਨਹੀਂ ਕਰਨਾ, ਇਹਦੀਆਂ ਗੱਲਾਂ ਘੱਟ ਕਰਨੀਆਂ ਨੇ। ਇਹ ਤਾਂ ਅਖਬਾਰਾਂ ਵਾਲਿਆਂ ਨੇ ਕੀ, TV ਵਾਲਿਆਂ ਨੇ ਕੀ, ਅੱਜ ਜਿਹੜੇ ਸੋਸ਼ਲ ਮੀਡੀਆ ਵਾਲਿਆਂ ਨੇ ਕੀ, ਇਹਨਾਂ ਲੋਕਾਂ ਨੂੰ ਡਰਾ ਦਿੱਤਾ, ਹਊਆ ਬਣਾ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਐਕਸੀਡੈਂਟ ਦੇ ਨਾਲ 1 ਮਹੀਨੇ 'ਚ 300 ਬੰਦੇ ਮਰਦੇ ਨੇ ਪੰਜਾਬ 'ਚ, 1 ਮਹੀਨੇ 300। 2 ਮਹੀਨਿਆਂ 'ਚ ਹੁਣ ਤੱਕ 600 ਮਰ ਜਾਣਾ ਚਾਹੀਦਾ ਸੀ, ਪਰ ਕਰੋਨੇ ਨਾਲ 34 ਜਾਂ 35 ਮਰੇ ਨੇ। ਅਤੇ ਇਹਦਾ ਮਤਲਬ ਸਾਨੂੰ 565 ਬੰਦਿਆਂ ਦਾ ਫਾਇਦਾ ਹੋ ਗਿਆ। ਕੱਲ੍ਹ ਪਰਸੋਂ ਤੋਂ ਖੋਲ੍ਹਿਆ ਨਾ, ਰੋਜ਼ ਹੀ ਹੁੰਦੇ 6 ਮਰ ਗਏ, 7 ਮਰ ਗਏ, 25 ਮਰ ਗਏ। ਪਰ ਦੱਖਣੀ ਭਾਰਤ ਵੱਲ ਜਾ ਰਹੇ ਸਨ ਪੈਦਲ, ਉਹ ਕਿੰਨੇ ਮਰ ਗਏ। ਚੰਗਾ ਲੋਕਡਾਊਨ ਖੋਲ੍ਹਿਆ, ਇਹ ਤਾਂ ਮੌਤਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਕਰੋਨਾ ਨਾਲ ਨਹੀਂ ਅਸੀਂ ਉਹਨੇ ਮਰਨਾ ਜਿੰਨਾ ਇਹ ਦੁਰਘਟਨਾਵਾਂ ਨਾਲ ਹੀ ਮਰ ਜਾਣਾ ਹੈ। ਮੁੰਡਿਆਂ ਨੂੰ ਹੋ ਗਿਆ ਵੀ ਆਹ ਖੁੱਲ੍ਹ ਮਿਲ ਗਏ, ਜਿਉਂ ਭਜਾਉਂਦੇ ਨੇ ਕਾਰਾਂ ਮੋਟਰਸਾਈਕਲ, ਅੰਨਿਆਂ ਨੂੰ ਇੱਕ ਦੂਜੇ 'ਚ ਮਾਰਦੇ ਨੇ, ਅਤੇ ਚਲੋ ਜੋ ਵੀ ਗਿਆ ਅਤੇ ਉਹ ਵੀ ਗਿਆ। ਇਸ ਲਈ ਬਹੁਤਾ ਨਹੀਂ ਇਹਨਾਂ ਬਿਮਾਰੀਆਂ ਬਾਰੇ ਗੱਲਾਂ ਕਰੀ ਦੀਆਂ, ਕਿਉਂਕਿ ਬਿਮਾਰੀ ਪਹਿਲਾਂ ਮਨ 'ਤੇ ਅਸਰ ਕਰਦੀ ਹੈ। ਜਦੋਂ ਮਨ 'ਤੇ ਅਸਰ ਕਰਦੀ ਬਿਮਾਰੀ, ਫਿਰ ਇਹ ਸਰੀਰ 'ਤੇ ਵੀ ਹੋ ਜਾਂਦੀ ਹੈ। ਇਸ ਲਈ ਰੱਬ ਦੀ ਗੱਲ ਕਰੋ,
ਘਰਾਂ 'ਚ ਬੈਠ ਕੇ ਬਾਣੀ ਪੜ੍ਹੋ, ਨਾਮ ਜਪੋ, ਤਾਂ ਜੋ ਸਾਡਾ ਧਿਆਨ ਇਸ ਬਿਮਾਰੀ ਵੱਲੋਂ ਹਟੇ ਅਤੇ ਪਰਮਾਤਮਾ ਵਾਲੇ ਪਾਸੇ ਲੱਗੇ, ਸਾਨੂੰ ਹੌਸਲਾ ਹੋਵੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹੇ ਮਨ, ਹਰੀ ਦੇ ਨਾਮ ਦੀ ਜਿਹੜੀ ਪ੍ਰੀਤ ਹੈ ਸੁਖ ਦੇਣ ਵਾਲੀ ਹੈ। ਕਰ ਕਿਰਪਾ ਨਾਨਕ ਆਪ ਲੈ ਲਾਈ। ਪਰਮਾਤਮਾ ਆਪ ਹੀ ਕਿਰਪਾ ਕਰਦਾ ਅਤੇ ਫਿਰ ਮਨੁੱਖ ਦੇ ਅੰਦਰ ਇਸ ਨਾਮ ਦੀ ਪ੍ਰੀਤ ਪੈਦਾ ਕਰ ਦਿੰਦਾ ਹੈ। ਪਰਮਾਤਮਾ ਕਿਰਪਾ ਕਰਦਾ। ਜੋ ਤੁਹਾਡਾ ਨਾਮ ਜਪਣ ਨੂੰ ਜੀ ਕਰ ਰਿਹਾ ਹੋਵੇ, ਬਾਣੀ ਪੜ੍ਹਨ ਨੂੰ ਜੀ ਕਰ ਰਿਹਾ ਹੋਵੇ, ਕਥਾ ਸੁਣਨ ਨੂੰ ਜੀ ਕਰ ਰਿਹਾ ਹੋਵੇ, ਤਾਂ ਸਮਝੋ ਅੱਜ ਪਰਮਾਤਮਾ ਦੀ ਬੜੀ ਕਿਰਪਾ ਮੇਰੇ 'ਤੇ, ਉਹਨੇ ਮੈਨੂੰ ਇਸ ਪਾਸੇ ਨੂੰ ਲਾ ਦਿੱਤਾ ਹੈ। ਸੋ ਬਾਕੀ ਵਿਚਾਰਾ ਕੱਲ੍ਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।